ਸਾਂਝੀ ਕਰ ਚੁੱਕੇ ਹਾਂ। ਅੱਜ 21 ਨੰਬਰ ਪੌੜੀ ਦੀ ਵਿਚਾਰ ਆਰੰਭ ਕਰਾਂਗੇ। ਇਸ ਪੌੜੀ ਦੇ ਨਾਲ ਜੋ ਪਹਿਲਾ ਸ਼ਲੋਕ ਹੈ, ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਹੈ। ਸ਼ਲੋਕ ਮਹਿਲਾ ਪਹਿਲਾ। ਤੁਮੀ ਤੁਮਾ ਵਿਸ ਅਕ ਧਤੂਰਾ ਨਿਮ ਫਲ, ਮਨ ਮੁਖ ਵਸੈ ਤਿਸ, ਜਿਸ ਤੂੰ ਚਿਤ ਨਾ ਆਵਹੀਂ। ਤੁਮੀ ਤੁਮਾ ਜ਼ਹਿਰ, ਅਕ, ਧਤੂਰਾ ਤੇ ਨਿੰਮ ਰੂਪ ਫਲ, ਇਹ ਸਾਰੇ ਕੁੜੱਤਣ ਵਾਲੇ ਪਦਾਰਥ ਨੇ। ਤੁਮੀ ਵੀ, ਤੁਮਾ ਇੱਕ ਪੀਲਾ ਜਿਹਾ ਖਰਬੂਜੇ ਵਰਗਾ ਹੁੰਦਾ ਹੈ। ਵਿਸ਼ ਦਾ ਮਤਲਬ ਜ਼ਹਿਰ, ਅਕ, ਧਤੂਰਾ ਤੇ ਨਿੰਮ ਰੂਪੀ ਫਲ, ਨਿੰਮ ਦੇ ਪੱਤੇ ਨੇ, ਮਮੋਲੀਆਂ ਨੇ, ਇਹ ਸਾਰੇ ਹੀ ਪਦਾਰਥ। ਤੁਮੀ ਵੀ, ਤੁਮਾ ਵੀ, ਜ਼ਹਿਰ ਵੀ, ਅਕ ਵੀ, ਧਤੂਰਾ ਵੀ, ਨਿੰਮ ਵੀ, ਇਹ ਕੁੜੱਤਣ ਵਾਲੇ ਨੇ ਸਾਰੇ। ਤੇ ਗੁਰੂ ਜੀ ਕਹਿੰਦੇ ਨੇ ਮਨ ਮੁਖ ਵਸੈ ਤਿਸ, ਇਹਨੂੰ ਮਨ ਮੁਖ ਇਕੱਠਾ ਨਹੀਂ ਪੜਨਾ। ਇਹ ਖਾਸ ਖਿਆਲ ਰੱਖਣਾ ਹੈ ਕਿ ਜਦੋਂ ਮਨ ਦੇ ਨੰਨੇ ਨਾਲ ਵੀ ਸਿਹਾਰੀ ਹੋਏ ਔਰ ਮੁਖ ਦੇ ਖੱਖੇ ਨਾਲ ਵੀ ਸਿਹਾਰੀ ਹੋਏ, ਉਦੋਂ ਇਹ ਸ਼ਬਦ ਨੂੰ ਇਕੱਠਾ ਨਹੀਂ ਪੜਨਾ। ਇਸ ਦਾ ਉਚਾਰਨ ਹੋਏਗਾ ਮਨ ਮੁਖ, ਇਹ ਦੋਵੇਂ ਅਲੱਗ-ਅਲੱਗ ਸ਼ਬਦ ਨੇ। ਮਨ ਦੇ ਨੰਨੇ ਨਾਲ ਸਿਹਾਰੀ ਆਉਣ ਕਰਕੇ ਇਹਦਾ ਅਰਥ ਬਣ ਗਿਆ ਮਨ ਵਿੱਚ। ਮੁਖ ਦੇ ਖੱਖੇ ਨਾਲ ਸਿਹਾਰੀ ਆਉਣ ਕਰਕੇ ਇਸ ਦਾ ਅਰਥ ਬਣ ਗਿਆ ਮੁਖ ਵਿੱਚ। ਹੁਣ ਜਿੰਨੀਆਂ ਵੀ ਇਹ ਕੁੜੱਤਣਾ ਨੇ, ਕਿਹੜੀ ਕਿਹੜੀ ਕੁੜੱਤਣ, ਜਿਵੇਂ ਤੁਮੀ ਹੈ, ਤੁਮਾ ਹੈ, ਜ਼ਹਿਰ ਹੈ, ਅਕ, ਧਤੂਰਾ, ਨਿੰਮ, ਗੁਰੂ ਜੀ ਕਹਿੰਦੇ ਨੇ ਸਾਰੀਆਂ ਕੁੜੱਤਣਾ ਉਸ ਮਨੁੱਖ ਦੇ ਮਨ ਵਿੱਚ ਔਰ ਮੁਖ ਦੇ ਅੰਦਰ ਵਸਦੀਆਂ ਨੇ, ਜਿਸ ਤੂੰ ਚਿਤ ਨਾ ਆਵਹੀਂ, ਜਿਹਦੇ ਚਿੱਤ ਵਿੱਚ ਤੂੰ ਨਹੀਂ ਵਸਦਾ। ਯਾਨੀ ਜਿਸ ਦੀ ਸੋਚ ਦੇ ਅੰਦਰ ਰੱਬੀ ਗੁਣ ਨਹੀਂ ਹਨ, ਉਹਦੇ ਮਨ ਵਿੱਚ ਵੀ ਔਰ ਮੁਖ ਦੇ ਵਿੱਚ ਵੀ ਕੁੜੱਤਣ ਵਸਦੀ ਹੈ। ਕਿਉਂਕਿ ਜਿੱਥੇ ਪ੍ਰੇਮ ਨਹੀਂ ਹੋਏਗਾ ਉੱਥੇ ਈਰਖਾ ਹੋਏਗੀ, ਜਿੱਥੇ ਦਇਆ ਨਹੀਂ ਹੋਏਗੀ ਉੱਥੇ ਕੁਦਇਆ ਹੋਏਗੀ, ਗਿਆਨ ਨਹੀਂ ਹੋਏਗਾ ਉੱਥੇ ਅਗਿਆਨ ਹੋਏਗਾ, ਸੱਚ ਨਹੀਂ ਹੋਏਗਾ ਝੂਠ ਹੋਏਗਾ, ਨਿਰਵੈਰਤਾ ਨਹੀਂ ਹੋਏਗੀ ਉੱਥੇ ਵੈਰ ਭਾਵ ਹੋਏਗਾ। ਇਹ ਤਾਂ ਸਾਫ਼ ਹੀ ਹੈ ਨਾ ਗੱਲ। ਇਸ ਲਈ ਗੁਰੂ ਜੀ ਕਹਿੰਦੇ ਹਨ ਕਿ ਹੇ ਪ੍ਰਭੂ, ਬੇਸ਼ੱਕ ਨਿੰਮ ਆਦਿਕ ਸਾਰੇ ਪਦਾਰਥ ਕੌੜੇ ਨੇ, ਪਰ ਜਿਸ ਮਨੁੱਖ ਦੇ ਹਿਰਦੇ ਦੇ ਅੰਦਰ ਤੂੰ ਨਹੀਂ ਵਸਦਾ, ਉੱਥੇ ਇਹ ਸਾਰੀਆਂ ਜ਼ਹਿਰਾਂ ਇਕੱਠੀਆਂ ਮਿਲ ਜਾਂਦੀਆਂ ਨੇ। ਯਾਨੀ ਉੱਥੇ ਸਾਰੀ ਕੁੜੱਤਣ ਹੀ ਵਸਦੀ ਹੈ। ਉਹਦੀ ਸੋਚ ਵੀ ਕੌੜੀ ਔਰ ਉਹਦੇ ਬੋਲ ਵੀ ਕੌੜੇ। ਉਹਦੀ ਸੋਚ ਵੀ ਫਿੱਕੀ, ਉਹਦੇ ਬੋਲ ਵੀ ਫਿੱਕੇ। ਤੇ ਐਸੇ ਲੋਕ ਫਿਰ ਆਪ ਵੀ ਖੁਆਰ ਹੁੰਦੇ ਨੇ ਔਰ ਲੋਕਾਂ ਨੂੰ ਵੀ ਖੁਆਰ ਕਰਦੇ ਨੇ। ਇਸ ਲਈ ਸਾਨੂੰ ਇੱਥੋਂ ਜੀਣ ਵਾਸਤੇ ਇੱਕ ਸੇਧ ਦਿੱਤੀ ਜਾ ਰਹੀ ਹੈ। ਅਸੀਂ ਸੈਲਫ ਐਨਾਲਿਸਿਸ ਕਰਨਾ ਹੈ ਕਿ ਕਿਤੇ ਐਸਾ ਨਹੀਂ ਕਿ ਇਹ ਕੁੜੱਤਣ ਸਾਡੇ ਅੰਦਰ ਵੀ ਵਸਦੀ ਹੋਈ, ਕਿਤੇ ਅਸੀਂ ਵੀ ਰੱਬੀ ਗੁਣਾਂ ਨੂੰ ਗਵਾ ਬੈਠੇ ਹਾਂ। ਜਿਹੜਾ ਵੀ ਰੱਬੀ ਗੁਣਾਂ ਨੂੰ ਗਵਾ ਲਵੇਗਾ, ਉਹਦੀ ਸੋਚ ਦੇ ਅੰਦਰ ਕੁੜੱਤਣ ਆ ਜਾਏਗੀ, ਉਹਦੇ ਬੋਲਾਂ ਵਿੱਚ ਕੁੜੱਤਣ ਆ ਜਾਏਗੀ, ਉਹਦੇ ਵਿਹਾਰ ਦੇ ਅੰਦਰ ਕੁੜੱਤਣ ਆ ਜਾਏਗੀ। ਉੱਥੇ ਸੱਚਾਈ, ਉੱਥੇ ਪਿਆਰ, ਉੱਥੇ ਮੁਹੱਬਤ ਨਹੀਂ ਰਹੇਗੀ। ਨਾਨਕ ਕਹੀ ਹੈ ਕਿਸ, ਹੰਡਨ ਕਰਮਾਂ ਬਾਹਰੇ। ਹੰਡਨ ਦਾ ਮਤਲਬ ਫਿਰਦੇ ਨੇ, ਭਟਕਦੇ ਨੇ, ਹੰਡਦੇ ਫਿਰਦੇ ਨੇ, ਭਟਕਦੇ ਫਿਰਦੇ ਨੇ। ਕਰਮਾਂ ਬਾਹਰੇ ਦਾ ਮਤਲਬ ਕਰਮਹੀਨ, ਜਿਨ੍ਹਾਂ ਦੇ ਕਰਮ ਚੰਗੇ ਨਹੀਂ। ਐਸੇ ਬਦਨਸੀਬ ਬੰਦੇ ਭਟਕਦੇ ਫਿਰਦੇ ਨੇ। ਨਾਨਕ ਕਹੀਏ ਕਿ ਇਹ ਗੱਲ ਕਿਹਨੂੰ ਕਹੀਏ, ਕਿਹਨੂੰ ਸਮਝਾਈਏ? ਕੋਈ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ, ਕੋਈ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ। ਤੇ ਜਿਹੜੇ ਸ਼ੁਭ ਕਰਮਾਂ ਤੋਂ ਹੀਣੇ ਨੇ, ਉਹ ਬੰਦੇ ਭਟਕਦੇ ਫਿਰਦੇ ਨੇ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਚੋਂ ਸੋਚ ਅੰਦਰੋਂ ਸੱਚ ਗਵਾ ਲਿਆ, ਰੱਬੀ ਗੁਣ ਗਵਾ ਲਏ। ਉਹਨਾਂ ਦੇ ਅੰਦਰ ਬਾਹਰ ਕੁੜੱਤਣ ਵਸਦੀ ਹੈ। ਉਹਨਾਂ ਦਾ ਵਿਹਾਰ ਮਾੜਾ, ਉਹਨਾਂ ਦਾ ਬੋਲ ਮਾੜਾ, ਉਹਨਾਂ ਦੀ ਸੋਚ ਮਾੜੀ। ਤੇ ਇਹ ਗੱਲ ਉਹ ਸੁਣਨ ਲਈ ਵੀ ਤਿਆਰ ਨਹੀਂ। ਜਿਹੜੇ ਮਾਨਸਿਕ ਰੋਗੀ ਹੁੰਦੇ ਨੇ ਨਾ, ਕੋਈ ਵੀ ਮਾਨਸਿਕ ਰੋਗ ਹੈ ਕਿਸੇ ਨੂੰ, ਚਾਹੇ ਕੋਈ ਡਿਪਰੈਸ਼ਨ ਦਾ ਸ਼ਿਕਾਰ ਹੈ ਜਾਂ ਕਿਸੇ ਪਰਸਨੈਲਿਟੀ ਡਿਸਆਰਡਰ ਦਾ ਸ਼ਿਕਾਰ ਹੈ, ਉਹਨੂੰ ਕਹੀਏ ਨਾ ਤੂੰ ਬਿਮਾਰ ਹੈ, ਉਹ ਕਹਿੰਦਾ ਨਾ ਮੈਂ ਠੀਕ ਹਾਂ, ਬਾਕੀ ਸਭ ਠੀਕ। ਗਲਤ ਨੇ। ਮਾਨਸਿਕ ਰੋਗੀ, ਉਹਦੀ ਪਹਿਲੀ ਨਿਸ਼ਾਨੀ ਇਹ ਹੈ ਕਿ ਉਹ ਕਹੇਗਾ ਮੈਂ ਠੀਕ ਹਾਂ, ਬਾਕੀ ਗਲਤ ਨੇ।
ਉਹ ਦੂਜੇ ਦੇ ਕਿਸੇ ਗੁਣ ਤੇ ਵਿਚਾਰ ਕਰਨ ਲਈ ਵੀ ਤਿਆਰ ਨਹੀਂ ਹੈ। ਉਹ ਆਪਣੀਆਂ ਗਲਤੀਆਂ ਨੂੰ ਮੰਨਣ ਵਾਸਤੇ ਤਿਆਰ ਵੀ ਨਹੀਂ ਹੈ। ਤੇ ਕਿਹਨੂੰ ਕੀ ਕਹੀਏ, ਕਿਹਨੂੰ ਸਮਝਾਈਏ ਕਿ ਜਿਹੜੇ ਕਰਮਾਂ ਤੋਂ ਬਾਹਰ ਨੇ, ਸ਼ੁਭ ਕਰਮਾਂ ਤੋਂ ਹੀਣੇ ਨੇ, ਉਹ ਇਸ ਜਗਤ ਦੇ ਅੰਦਰ ਭਟਕਦੇ ਫਿਰਦੇ ਨੇ, ਪਹਿਲੀ ਗੱਲ। ਤੇ ਦੂਜੀ ਗੱਲ ਇਹ ਹੈ ਕਿ ਉਹ ਭਟਕ ਕਿਉਂ ਰਹੇ ਨੇ? ਰੱਬੀ ਗੁਣਾਂ ਤੋਂ ਵਿਛੜਨ ਕਰਕੇ, ਰੱਬ ਤੋਂ ਟੁੱਟਣ ਕਰਕੇ, ਸੱਚ ਤੋਂ ਟੁੱਟਣ ਕਰਕੇ। ਤੇ ਹੁਣ ਉਹਨਾਂ ਦੇ ਭਟਕਾਵ ਨੂੰ ਖਤਮ ਕਰਨ ਲਈ ਰੱਬ ਤੋਂ ਬਿਨਾਂ ਹੁਣ ਕਿਹਦੇ ਅੱਗੇ ਗੱਲ ਕਹੀਏ ਕਿ ਉਹ ਕਿਹਦੇ ਨਾਲ ਜੁੜਨ ਤੇ ਉਹਨਾਂ ਦੀ ਭਟਕਣਾ ਖਤਮ ਹੋ ਜਾਏ, ਮਿਠਾਸ ਉਹਨਾਂ ਅੰਦਰ ਆ ਜਾਏ। ਕਿ ਕਿਸੇ ਜੋਤਸ਼ੀ ਨਾਲ ਜੁੜਨ, ਕਿਸੇ ਬਾਬੇ ਨਾਲ ਜੁੜਨ, ਕਿਸੇ ਮੱਥਾ ਟੇਕਣ ਮੜੀ ਤੇ, ਜਾਂ ਉਹ ਯੋਗਾ ਕਰਨ, ਜਾਂ ਕੀ ਕਰਨ, ਕੁਛ ਵੀ ਕਰ ਲੈਣ, ਜਦ ਤੱਕ ਸੋਚ ਨਹੀਂ ਸੁਧਰਦੀ, ਅੰਦਰ ਜਦੋਂ ਤੱਕ ਰੱਬੀ ਗੁਣ ਨਹੀਂ ਆਉਂਦੇ, ਉਦੋਂ ਤੱਕ ਉਹਨਾਂ ਦੇ ਜੀਵਨ ਵਿੱਚ ਭਟਕਾਵ ਬਣਿਆ ਰਹੇਗਾ। ਇਸ ਲਈ ਜੇ ਕਿਸੇ ਦੀ ਜ਼ਿੰਦਗੀ ਵਿੱਚ ਭਟਕਾਵ ਹੈ, ਬੋਲ ਬਾਣੀ ਮਾੜੀ ਹੈ, ਵਿਹਾਰ ਮਾੜਾ ਹੈ, ਤਾਂ ਉਹਨੂੰ ਚਾਹੀਦਾ ਹੈ ਉਹ ਰੱਬੀ ਗੁਣਾਂ ਦੇ ਨਾਲ ਜੁੜਨ ਦਾ ਯਤਨ ਕਰੇ ਤੇ ਉਹਦੇ ਜੀਵਨ ਵਿੱਚ ਬਦਲਾਵ ਆ ਸਕਦਾ ਹੈ। ਮਤ ਪੰਖੇਰੂ ਕਿਰਤ ਸਾਥ, ਕਬ ਉੱਤਮ ਕਬ ਨੀਚ। ਇਹ ਸ਼ਲੋਕ ਵੀ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਹੈ। ਮਤ ਪੰਖੇਰੂ, ਪੰਖੇਰੂ ਦਾ ਮਤਲਬ ਪੰਛੀ, ਤੇ ਕਿਰਤ ਦਾ ਮਤਲਬ ਹੈਗਾ ਕੀਤਾ ਹੋਇਆ ਕੰਮ, ਕੀਤੇ ਹੋਏ ਕੰਮਾਂ ਤੋਂ ਬਣੇ ਹੋਏ ਸਾਡੇ ਜੋ ਸੰਸਕਾਰ ਨੇ। ਇੱਥੇ ਕਿਰਤ ਦਾ ਮਤਲਬ ਹੈ ਸੁਭਾਅ, ਜੋ ਸਾਡੀ ਸੋਚ, ਸਾਡੇ ਬੋਲ, ਸਾਡੇ ਬਿਹੇਵ, ਸਾਡੇ ਸੋਚਣ ਕਰਕੇ ਜੋ ਸੁਭਾਅ ਬਣ ਜਾਂਦਾ, ਇਹਨੂੰ ਇੱਥੇ ਕਿਰਤ ਕਹਿੰਦੇ ਨੇ। ਪਿਛਲੇ ਕੀਤੇ ਕਰਮਾਂ ਕਰਕੇ ਬਣਿਆ ਹੋਇਆ ਸੁਭਾਅ। ਸਾਥ ਦਾ ਮਤਲਬ ਉਹ ਸੁਭਾਅ ਹਮੇਸ਼ਾ ਸਾਡੇ ਨਾਲ ਰਹਿੰਦਾ ਹੈ। ਸੁਭਾਅ ਜਿੱਥੇ ਵੀ ਜਾਓਗੇ ਨਾਲ ਜਾਏਗਾ। ਕੋਈ ਬੰਦਾ ਇਹ ਨਹੀਂ ਕਹਿ ਸਕਦਾ ਕਿ ਮੈਂ ਬਾਜ਼ਾਰ ਆ ਗਿਆ ਤੇ ਗਲਤੀ ਨਾਲ ਮੇਰਾ ਸੁਭਾਅ ਘਰ ਰਹਿ ਗਿਆ। ਜਿੱਥੇ ਵੀ ਜਾਏਗਾ ਸੁਭਾਅ, ਗੁਣ, ਔਗਣ, ਚੰਗਿਆਈਆਂ, ਬੁਰਾਈਆਂ ਨਾਲ ਹੀ ਜਾਣਗੀਆਂ। ਪੰਖੇਰੂ ਦਾ ਮਤਲਬ ਹੈ ਪੰਛੀ। ਤਾਂ ਗੁਰੂ ਜੀ ਕਹਿੰਦੇ ਨੇ ਮਨੁੱਖ ਦੀ ਜੋ ਮੱਤ ਹੈ ਨਾ, ਇਹ ਮੰਨ ਲਓ ਇੱਕ ਪੰਛੀ ਦੀ ਤਰ੍ਹਾਂ ਹੈ। ਤੇ ਜਿਹੜਾ ਇਹਦਾ ਬਣਿਆ ਹੋਇਆ ਸੁਭਾਅ ਹੈ ਉਹ ਇਹਦੇ ਨਾਲ, ਜਿਵੇਂ ਖੰਭ ਨਾਲ ਹੁੰਦੇ ਨੇ ਨਾ ਪੰਛੀ ਦੇ, ਤੇ ਉਹਨਾਂ ਖੰਭਾਂ ਦੇ ਨਾਲ ਉੱਡਦਾ ਰਹਿੰਦਾ। ਬਣਿਆ ਹੋਇਆ ਸੁਭਾਅ ਹਮੇਸ਼ਾ ਇਹਦੇ ਨਾਲ ਹੈ। ਕਬ ਉੱਤਮ ਕਬ ਨੀਚ, ਕਦੇ ਇਹ ਚੰਗੇ ਔਰ ਕਦੇ ਇਹ ਮਾੜੀ ਸੋਚ ਵਾਲਾ ਬਣਦਾ। ਸੁਭਾਅ ਦੇ ਸੰਗ ਕਰਕੇ ਕਦੇ ਚੰਗਾ ਔਰ ਕਦੇ ਮਾੜਾ ਬਣਿਆ ਰਹਿੰਦਾ। ਕਦੇ ਪਲ ਭਰ ਵਾਸਤੇ ਸੱਚ ਬਾਰੇ ਸੋਚਦਾ ਕਿ ਮੈਂ ਸੱਚ ਬੋਲ ਲਵਾਂ, ਅਗਲੇ ਪਲ ਇਹ ਝੂਠ ਬੋਲਦਾ। ਕਦੇ ਚੰਗਾ ਬਣਨ ਬਾਰੇ ਸੋਚਦਾ ਹੈ, ਕਦੇ ਮਾੜਾ ਬਣਨ ਬਾਰੇ ਸੋਚਦਾ ਹੈ, ਕਦੇ ਉੱਤਮ ਹੋ ਜਾਂਦਾ ਹੈ, ਕਦੇ ਨੀਵਾਂ ਹੋ ਜਾਂਦਾ ਹੈ, ਬਣੇ ਹੋਏ ਸੁਭਾਅ ਮੁਤਾਬਕ, ਜਿਵੇਂ ਕਿਸੇ ਦਾ ਸੁਭਾਅ ਬਣਿਆ। ਮੱਤ ਪੰਖੀ ਦੀ ਤਰ੍ਹਾਂ, ਇਹਦਾ ਸੁਭਾਅ ਇਹਦੇ ਨਾਲ ਖੰਭਾਂ ਦੀ ਤਰ੍ਹਾਂ, ਅਸੀਂ ਸੁਭਾਅ ਦੇ ਸਿਰ ਤੇ ਉੱਡਣਾ ਹੈ। ਕਦੇ ਬੰਦਾ ਉੱਚਾ ਔਰ ਕਦੇ ਨੀਵਾਂ ਬਣਦਾ ਰਹਿੰਦਾ ਹੈ ਆਪਣੇ ਸੁਭਾਅ ਕਰਕੇ। ਕੁਝ ਲੋਕ ਐਸੇ ਨੇ ਜੋ ਆਪਣੇ ਸੁਭਾਅ ਕਰਕੇ ਬਹੁਤ ਚੰਗੇ ਨੇ, ਉਹਨਾਂ ਨੇ ਆਪਣਾ ਸੁਭਾਅ ਚੰਗਾ ਬਣਾ ਲਿਆ। ਤੇ ਕੁਝ ਲੋਕ ਐਸੇ ਨੇ ਜੋ ਮਾੜੇ ਨੇ, ਉਹਨਾਂ ਨੇ ਆਪਣਾ ਸੁਭਾਅ ਹੀ ਮਾੜਾ ਬਣਾ ਲਿਆ। ਕਬ ਚੰਦਨ ਕਬ ਅੱਕ ਡਾਲ, ਕਬ ਉੱਚੀ ਪ੍ਰੀਤ। ਕਦੇ ਮਾਤਰੂ ਪੰਛੀ ਚੰਦਨ ਦੇ ਪੇੜ ਤੇ ਜਾ ਬਹਿੰਦਾ, ਕਦੇ ਅੱਕ ਦੀ ਡਾਲੀ ਉੱਤੇ ਜਾ ਬਹਿੰਦਾ, ਤੇ ਕਦੇ ਇਹਦੇ ਅੰਦਰ ਉੱਚੀ ਉਡਾਰੀ ਭਰਨ ਦੀ ਪ੍ਰੀਤ ਪੈਦਾ ਹੁੰਦੀ ਹੈ ਕਿ ਮੈਂ ਉੱਚੀ ਉਡਾਰੀ ਭਰਾਂ, ਆਕਾਸ਼ ਵਿੱਚ ਉੱਡਾਂ। ਕਦੇ ਚੰਦਨ ਤੇ ਜਾ ਬੈਠਾ, ਕਦੇ ਅੱਕ ਦੀ ਟਹਿਣੀ ਤੇ ਜਾ ਬੈਠਾ, ਔਰ ਕਦੇ ਉੱਚੀਆਂ ਉਡਾਰੀਆਂ ਲਾਉਣ ਵਾਸਤੇ ਸੋਚਦਾ ਹੈ। ਔਰ ਪੰਛੀ ਜਿਵੇਂ ਆਕਾਸ਼ ਵਿੱਚ ਉੱਡਦਾ ਹੈ ਨਾ, ਤਿਵੇਂ ਮਨੁੱਖ ਦਾ ਸੁਭਾਅ ਹੈ ਕਿ ਕਦੀ ਇਹ ਲੋਚਦਾ ਹੈ ਕਿ ਮੇਰੇ ਅੰਦਰ ਚੰਦਨ ਵਰਗੀ ਸ਼ੀਤਲਤਾ ਆ ਜਾਏ, ਚੰਦਨ ਵਰਗੀ ਸੁਗੰਧ ਆ ਜਾਏ। ਤੇ ਜਦੋਂ ਐਸਾ ਸੁਭਾਅ ਬਣਾਉਂਦਾ ਤੇ ਇਹਦੇ ਅੰਦਰ ਚੰਦਨ ਵਾਲੀ ਸੁਗੰਧ, ਚੰਦਨ ਵਾਲੀ ਸ਼ੀਤਲਤਾ ਆ ਜਾਂਦੀ। ਕਦੇ ਅੱਕ ਦੀ ਟਹਿਣੀ ਤੇ ਜਾ ਬਹਿੰਦਾ ਹੈ, ਕਦੀ ਇਹਦਾ ਜਿਹੜੀ ਸੋਚ ਹੈ ਨਾ ਉਹ ਕੌੜੀ ਹੋ ਜਾਂਦੀ। ਅੱਕ ਦੀ ਟਹਿਣੀ ਤੇ ਬਹਿਣ ਦਾ ਮਤਲਬ ਕਿ ਕੁੜੱਤਣ ਦੇ ਨਾਲ ਜਾ ਜੁੜਨਾ। ਕਦੇ ਕੁੜੱਤਣ ਦੇ ਨਾਲ ਜੁੜ ਜਾਂਦਾ ਹੈ ਤੇ ਇਹ ਕੌੜਾ ਹੋ ਜਾਂਦਾ, ਇਹਦਾ ਸੁਭਾਅ ਕੌੜਾ ਹੋ ਜਾਂਦਾ। ਤੇ ਕਦੇ ਬੰਦਾ ਆਪਣੇ ਸੁਭਾਅ ਮੁਤਾਬਕ ਉੱਚੀਆਂ ਉਡਾਰੀਆਂ ਲਾਉਂਦਾ ਹੈ, ਉੱਚੀਆਂ ਕਲਪਨਾਵਾਂ ਕਰਦਾ ਹੈ। ਕਈ ਵਾਰ ਅਸੀਂ ਸੋਚਦੇ ਹਾਂ ਨਾ ਬੈਠੇ ਬੈਠੇ ਕਿ ਮੈਂ ਦੁਨੀਆ ਦਾ ਸਭ ਤੋਂ ਮਹਾਨ ਬੰਦਾ ਹੋ ਜਾਵਾਂ, ਮੈਂ ਸਭ ਤੋਂ ਚੰਗਾ ਹੋਵਾਂ, ਮੈਂ ਸ਼ੁਭ ਕਰਮ ਕਰਾਂ, ਮੇਰਾ ਨਾਮ ਨਾ ਹੋਵੇ, ਮੈਨੂੰ ਮਾਣ ਮਿਲੇ, ਸਤਿਕਾਰ ਮਿਲੇ।
ਬੰਦਾ ਇਹੋ ਜਿਹੀਆਂ ਉਡਾਰੀਆਂ ਲਾਉਂਦਾ ਹੈ। ਕਦੇ ਬੰਦਾ ਬੈਠਾ ਬੈਠਾ ਸੋਚਦਾ ਕਿ ਮੈਂ ਰੱਬ ਦੇ ਵਿੱਚ ਮਿਲ ਜਾਵਾਂ, ਰੱਬ ਵਰਗਾ ਹੋ ਜਾਵਾਂ, ਮੁਕਤ ਹੋ ਜਾਵਾਂ, ਉੱਚਣਾ। ਕਦੇ ਸਮਾਜ ਭਲਾਈ ਦੀ ਗੱਲ ਸੋਚਦਾ ਹੈ। ਸੁਭਾਅ ਹੈ ਨਾ ਜੈਸਾ ਕੋਈ ਬਣਾ ਲਵੇਗਾ। ਪਰ ਗੁਰੂ ਜੀ ਕਹਿੰਦੇ ਨੇ ਨਾਨਕ ਹੁਕਮ ਲਾਈ ਹੈ ਸਾਹਿਬ ਲੱਗੀ ਰੀਤ। ਹੁਕਮ ਵਿੱਚ ਚਲਾਈਏ ਦਾ ਮਤਲਬ ਚਲਾਇਆ ਜਾਂਦਾ ਹੈ। ਸਾਹਿਬ ਲੱਗੀ ਰੀਤ, ਲੱਗੀ ਰੀਤ ਦਾ ਮਤਲਬ ਹੈ ਰੀਤ ਸ਼ੁਰੂ ਤੋਂ ਹੀ ਤੁਰੀ ਆਉਂਦੀ ਹੈ। ਜਪਜੀ ਸਾਹਿਬ ਦੇ ਵਿੱਚ ਜਿਸ ਨੂੰ ਕਹਿਣਾ ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ, ਉੱਥੇ ਵਰਡਿੰਗ ਵਰਤੀ ਹੈ ਨਾਨਕ ਲਿਖਿਆ ਨਾਲ। ਇੱਥੇ ਵਰਡਿੰਗ ਸ਼ਬਦਾਵਲੀ ਵਰਤ ਰਹੇ ਨੇ ਸਾਹਿਬ ਲੱਗੀ ਰੀਤ। ਰੀਤ ਦਾ ਮਤਲਬ ਮਰਿਆਦਾ, ਨਿਯਮ। ਲੱਗੀ ਦਾ ਮਤਲਬ ਤੁਰੀ ਆ ਰਹੀ ਹੈ, ਕਿ ਸ਼ੁਰੂ ਤੋਂ ਹੀ ਰੀਤ ਤੁਰੀ ਆ ਰਹੀ ਹੈ, ਮਰਿਆਦਾ ਤੁਰੀ ਆ ਰਹੀ ਹੈ, ਸਿਸਟਮ ਹੈ ਕਿ ਹਰ ਜੀਵ ਨੂੰ ਹੁਕਮ ਦੇ ਅੰਦਰ ਹੀ ਚਲਾਇਆ ਜਾਏਗਾ। ਹੁਕਮ ਤੋਂ ਬਾਹਰ ਉਹ ਨਹੀਂ ਜਾ ਸਕਦਾ, ਹੁਕਮ ਤੋਂ ਬਾਹਰ ਕੁਝ ਨਹੀਂ ਹੋ ਸਕਦਾ। ਜੋ ਕੁਝ ਵੀ ਹੋਣਾ ਹੈ ਹੁਕਮ ਦੇ ਅੰਦਰ ਹੋਣਾ ਹੈ। ਹੁਕਮ ਦਾ ਮਤਲਬ ਸਿਸਟਮ ਹੈ। ਹੁਣ ਇਹ ਸਿਸਟਮ ਹੈ ਕਿ ਜੇ ਤੁਸੀਂ ਮਾੜਾ ਸੋਚੋਗੇ, ਮਾੜਾ ਬੋਲੋਗੇ ਤਾਂ ਸੁਭਾਅ ਮਾੜਾ ਬਣ ਜਾਏਗਾ। ਨੈਗੇਟਿਵ ਸੋਚ ਕੇ, ਨੈਗੇਟਿਵ ਬੋਲ ਕੇ, ਨਿੰਦਾ ਕਰਕੇ, ਚੁਗਲੀਆਂ ਕਰਕੇ ਕਦੇ ਵੀ ਆਪਣਾ ਸੁਭਾਅ ਚੰਗਾ ਨਹੀਂ ਬਣਾਇਆ ਜਾ ਸਕਦਾ, ਕਿਉਂਕਿ ਬੋਲ ਹੀ ਮਾੜਾ ਰਹੇ ਹਾਂ, ਸੋਚ ਮਾੜਾ ਰਹੇ ਹਾਂ, ਬਿਹੇਵੀਅਰ ਮਾੜਾ ਕਰ ਰਹੇ ਹਾਂ ਤਾਂ ਸੁਭਾਅ ਮਾੜਾ ਹੀ ਬਣੇਗਾ। ਇਹ ਸਿਸਟਮ ਹੈ ਨਾ, ਇਹਨੂੰ ਅਸੀਂ ਬਦਲ ਨਹੀਂ ਸਕਦੇ। ਦੂਜਾ ਬੰਦਾ ਐਸਾ ਹੈ ਕਿ ਉਹ ਚੰਗਾ ਬੋਲਦਾ ਹੈ, ਨਿਮਰਤਾ ਹੈ ਬੋਲਾਂ ਵਿੱਚ, ਮਿਠਾਸ ਹੈ, ਚੰਗਾ ਸੋਚਦਾ ਹੈ ਔਰ ਚੰਗਾ ਹੀ ਵਿਹਾਰ ਕਰਦਾ ਹੈ, ਹੈਲਪ ਕਰਦਾ ਹੈ, ਦੂਜਿਆਂ ਦੇ ਨਾਲ ਪਿਆਰ ਦੇ ਨਾਲ ਬੋਲਦਾ ਹੈ, ਤਾਂ ਉਹਦਾ ਸੁਭਾਅ ਚੰਗਾ ਬਣ ਜਾਏਗਾ। ਸਿਸਟਮ ਹੈ ਨਾ ਜੀ, ਇਹ ਸਿਸਟਮ ਤੋਂ ਬਾਹਰ ਨਹੀਂ ਜਾਇਆ ਜਾ ਸਕਦਾ। ਹੁਣ ਜੇ ਇਸ ਗੱਲ ਨੂੰ ਅਸੀਂ ਥੋੜਾ ਨਿਰਪੱਖ ਹੋ ਕੇ ਵਿਚਾਰੀਏ ਔਰ ਆਪਣੇ ਨਿੱਜੀ ਤਜਰਬੇ ਤੋਂ ਵੀ ਵੇਖੀਏ ਤਾਂ ਹਕੀਕਤ ਤਾਂ ਇਹੀ ਹੈ ਕਿ ਜੋ ਅਸੀਂ ਬੀਜਾਂਗੇ ਉਹੀ ਅਸੀਂ ਵੱਢਾਂਗੇ। ਜਿਵੇਂ ਖੇਤ ਵਿੱਚ ਜੌਂ ਬੀਜੇ, ਜੌਂ ਕਣਕ ਬੀਜਾਂਗੇ, ਕਣਕ ਵੱਢਾਂਗੇ। ਜੈਸੀ ਇਨਪੁਟ ਵੈਸੀ ਆਊਟਪੁਟ, ਜੈਸਾ ਸੋਚਾਂਗੇ ਵੈਸਾ ਬਣ ਜਾਾਂਗੇ। ਸਿਸਟਮ ਹੈ, ਮਾੜਾ ਬੋਲਾਂਗੇ, ਮਾੜਾ ਸੋਚਾਂਗੇ, ਮਾੜਾ ਕਰਾਂਗੇ, ਸੁਭਾਅ ਮਾੜਾ ਹੋ ਜਾਏਗਾ। ਜੇ ਕੋਈ ਚੰਗਾ ਬੋਲੇਗਾ, ਚੰਗਾ ਸੋਚੇਗਾ, ਚੰਗਾ ਕਰੇਗਾ, ਸੁਭਾਅ ਚੰਗਾ ਹੋ ਜਾਏਗਾ। ਤਾਂ ਹੁਣ ਫਿਰ ਚੰਗੇ ਔਰ ਮਾੜੇ ਕਿੰਨੇ ਬਣਾਏ ਨੇ, ਰੱਬ ਨੇ ਜਾਂ ਅਸੀਂ ਆਪ ਬਣੇ ਆ? ਸਿਸਟਮ ਹੈ, ਸਿਸਟਮ ਤੋਂ ਬਾਹਰ ਕੁਝ ਨਹੀਂ, ਲੇਕਿਨ ਹੋਏਗਾ ਉਹੀ ਜੋ ਤੁਸੀਂ ਕਰੋਗੇ, ਜੈਸਾ ਤੁਸੀਂ ਸੋਚੋਗੇ। ਇਹ ਸ਼ੁਰੂ ਤੋਂ ਹੀ ਰੀਤ ਚਲੀ ਆ ਰਹੀ ਹੈ, ਹੁਕਮ ਚੱਲਿਆ ਆ ਰਿਹਾ ਹੈ, ਮਰਿਆਦਾ ਚੱਲੀ ਆ ਰਹੀ ਹੈ ਜਾਂ ਸਿਸਟਮ ਚੱਲਿਆ ਆ ਰਿਹਾ ਹੈ। ਕੋਈ ਵੀ ਸ਼ਬਦ, ਜਿਹੜਾ ਸ਼ਬਦ ਬੋਲ ਕੇ ਸਮਝ ਆ ਜਾਏ, ਸਾਨੂੰ ਸਮਝ ਲੈਣਾ ਚਾਹੀਦਾ ਕਿ ਹਰ ਇਨਸਾਨ ਇੱਥੇ ਹੁਕਮ ਦੇ ਅੰਦਰ ਹੈ, ਸਿਸਟਮ ਦੇ ਅੰਦਰ ਹੈ। ਜੈਸਾ ਕੋਈ ਕਰੇਗਾ। ਕੀਤੇ ਕਹਿ ਵਖਾਣ ਕਹਿ ਕਹਿ ਜਾਮਣਾ। ਅਨੇਕਾਂ ਲੋਕ ਨੇ, ਕਹਿਣ ਦਾ ਮਤਲਬ ਕਹਿੰਦੇ ਨੇ, ਵਖਾਣ ਕਹਿਣ ਦਾ ਮਤਲਬ ਬਿਆਨ ਕਰਦੇ ਨੇ। ਬੇਅੰਤ ਜੀਵ ਨੇ, ਬਿਆਨ ਕਰਦੇ ਨੇ ਔਰ ਇਹ ਦੁਨੀਆ ਤੋਂ ਚਲੇ ਜਾਂਦੇ ਨੇ। ਰੱਬੀ ਗੁਣਾਂ ਦੀ ਗੱਲ ਕੀਤੀ, ਰੱਬੀ ਗੁਣਾਂ ਵਾਲੀ ਜ਼ਿੰਦਗੀ ਜੀਵੀ ਔਰ ਚਲੇ ਗਏ। ਕਿਉਂਕਿ ਸਰੀਰ ਕਰਕੇ ਹਰ ਇਨਸਾਨ ਨੇ ਖਤਮ ਹੋ ਜਾਣਾ ਹੈ। ਸਰੀਰ ਕਰਕੇ ਕਦੇ ਵੀ ਕਿਸੇ ਦੀ ਜ਼ਿੰਦਗੀ ਸदैवी ਨਹੀਂ ਹੈ। ਚਾਹੇ ਕੋਈ ਚੰਗਾ ਹੈ ਜਾਂ ਬੁਰਾ ਹੈ, ਭਲਾ ਹੈ, ਧਰਮੀ ਹੈ, ਅਧਰਮੀ ਹੈ, ਗਿਆਨੀ ਹੈ, ਅਗਿਆਨੀ ਹੈ, ਸਰੀਰ ਕਰਕੇ ਸਾਰਿਆਂ ਨੇ ਚਲੇ ਜਾਣਾ। ਤਾਂ ਗੁਰੂ ਜੀ ਕਹਿੰਦੇ ਨੇ ਕਈ ਲੋਕ, ਅਨੇਕਾਂ ਲੋਕ ਐਸੇ ਨੇ ਇਸ ਦੁਨੀਆ ਵਿੱਚ ਆਉਂਦੇ ਨੇ, ਰੱਬੀ ਗੁਣਾਂ ਨੂੰ ਬਿਆਨ ਕਰਦੇ ਨੇ, ਰੱਬੀ ਗੁਣਾਂ ਦੀ ਗੱਲ ਕਰਦੇ ਨੇ ਔਰ ਆਖਿਰ ਇਸ ਸੰਸਾਰ ਤੋਂ ਚਲੇ ਜਾਂਦੇ ਨੇ ਕਹਿ ਕੇ। ਵੇਦ ਕਹੇ ਵਖਿਆਣ ਅੰਤ ਨਾ ਪਾਵਨਾ। ਜੋ ਵੇਦ ਆਦਿਕ ਧਰਮ ਪੁਸਤਕ ਨੇ, ਕਈ ਲੋਕ ਉਹਨਾਂ ਨੂੰ ਪੜ੍ਹਦੇ ਨੇ, ਗਿਆਨ ਹਾਸਲ ਕਰਦੇ ਨੇ, ਵੇਦਾਂ ਰਾਹੀਂ ਕਹਿਣ ਦਾ ਯਤਨ ਕਰਦੇ ਨੇ, ਪਰ ਅੰਤ ਨਾ ਪਾਵਨਾ, ਰੱਬੀ ਗੁਣਾਂ ਦਾ ਅੰਤ ਨਹੀਂ ਪਾਇਆ ਜਾਂਦਾ। ਹੁਣ ਦੇਖੋ ਕਿੱਡੀ ਵੱਡੀ ਸਾਨੂੰ ਇੱਥੋਂ ਸੇਧ ਮਿਲ ਰਹੀ ਹੈ ਕਿ ਅਨੇਕਾਂ ਲੋਕ ਆਉਂਦੇ ਨੇ, ਵੇਦ ਸ਼ਾਸਤਰਾਂ ਦਾ ਵਿਖਿਆਨ ਵੀ ਕਰਦੇ ਨੇ, ਗੁਣਾਂ ਦਾ ਵਿਖਿਆਨ ਕਰਦੇ ਨੇ, ਚਲੇ ਜਾਂਦੇ ਨੇ, ਮਰ ਮੁੱਕ ਜਾਂਦੇ ਨੇ, ਪਰ ਰੱਬੀ ਗੁਣਾਂ ਦਾ ਅੰਤ ਨਹੀਂ ਪੈਂਦਾ। ਹੁਣ ਇੱਥੋਂ ਸਾਨੂੰ ਪੋਜ਼ਿਟਿਵ ਥਿੰਕਿੰਗ ਕਿੱਡੀ ਵੱਡੀ ਮਿਲ ਰਹੀ ਹੈ ਔਰ ਕਿੰਨਾ ਵੱਡਾ ਫੀਲਡ, ਮੈਦਾਨ ਸਾਨੂੰ ਦਿੱਤਾ ਜਾ ਰਿਹਾ ਹੈ, ਕਿੱਡੀ ਵੱਡੀ ਸੰਭਾਵਨਾ ਦਿੱਤੀ ਜਾ ਰਹੀ ਹੈ ਕਿ ਰੱਬੀ ਗੁਣਾਂ ਦਾ ਅੰਤ ਹੈ ਹੀ ਨਹੀਂ।
ਦੇਖੋ, ਜਦੋਂ ਤੋਂ ਸ੍ਰਿਸ਼ਟੀ ਬਣੀ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਕਿੰਨਾ ਲਿਟਰੇਚਰ ਲਿਖਿਆ ਗਿਆ ਹੈ ਧਾਰਮਿਕ ਤੌਰ ਤੇ ਜਾਂ ਸਾਇੰਸ ਦੀ ਦੁਨੀਆ ਵਿੱਚ ਜਾਂ ਵੈਸੇ ਕੁਦਰਤ ਬਾਰੇ ਕਿੰਨਾ ਕੁਝ ਲਿਖਿਆ ਗਿਆ ਹੈ। ਤੇ ਕੀ ਇਹਨਾਂ ਲਿਟਰੇਚਰ ਲਿਖ ਕੇ ਅੰਤ ਆ ਗਿਆ ਹੈ? ਕਿ ਜੋ ਸਾਇੰਟਿਸਟ ਨੇ ਉਹਨਾਂ ਨੇ ਇਹ ਮੰਨ ਲਿਆ ਹੈ ਕਿ ਹੁਣ ਇਸ ਤੋਂ ਅੱਗੇ ਖੋਜ ਕਰਨੀ ਕੋਈ ਬਾਕੀ ਨਹੀਂ, ਸਾਰੀਆਂ ਖੋਜਾਂ ਰਹਿ ਗਈਆਂ ਨੇ, ਖਤਮ ਹੋ ਗਈਆਂ ਨੇ? ਨਹੀਂ ਨਾ ਹੋਈਆਂ। ਹਾਲੇ ਖੋਜਾਂ ਵਾਸਤੇ ਅਨੰਤ ਫੀਲਡ ਹੈ, ਜਿੰਨਾ ਮਰਜ਼ੀ ਖੋਜੀ ਜਾਣ। ਵਿਗਿਆਨਕਾਂ ਵਾਸਤੇ ਬਹੁਤ ਵੱਡਾ ਫੀਲਡ ਹੈ ਔਰ ਅਨੰਤ ਫੀਲਡ ਹੈ। ਦੂਜੀ ਗੱਲ, ਜੇ ਕੋਈ ਦੁਨੀਆ ਦੇ ਅੰਦਰ ਚੰਗਾ ਇਨਸਾਨ ਹੈ, ਮੰਨ ਲਓ ਤੁਸੀਂ ਬਹੁਤ ਚੰਗੇ ਹੋ, ਤਾਂ ਇਹ ਚੰਗਿਆਈ ਦਾ ਐਂਡ ਨਹੀਂ ਹੈ, ਹੋਰ ਚੰਗੇ ਬਣ ਸਕਦੇ ਹੋ। ਮੰਨ ਲਓ ਤੁਹਾਡੇ ਅੰਦਰ ਕੋਈ ਗੁਣ ਹੈ ਬਹੁਤ ਵਧੀਆ, ਚੰਗਾ ਗੁਣ ਹੈ, ਤਾਂ ਉਹ ਉਸ ਗੁਣ ਦਾ ਐਂਡ ਨਹੀਂ ਹੈ, ਉਸ ਗੁਣ ਨੂੰ ਹੋਰ ਅੱਗੇ ਵਧਾਇਆ ਜਾ ਸਕਦਾ ਹੈ। ਜੇ ਕੋਈ ਡਾਕਟਰ ਹੈ ਤਾਂ ਜੋ ਕੁਝ ਉਹਨੇ ਹੁਣ ਤੱਕ ਸਿੱਖਿਆ, ਸੋਚਿਆ, ਸਮਝਿਆ ਹੈ, ਬਹੁਤ ਵਧੀਆ ਹੈ, ਉਹ ਚੰਗਾ ਡਾਕਟਰ ਹੈ। ਲੇਕਿਨ ਅੱਗੇ ਉਹਦੇ ਵਾਸਤੇ ਖੋਜ ਵਾਸਤੇ ਹੋਰ ਬਹੁਤ ਕੁਝ ਹੈ, ਬਹੁਤ ਕੁਝ ਹੈ। ਇਸੇ ਤਰ੍ਹਾਂ ਸਾਡੇ ਪਰਿਵਾਰ ਦੇ ਅੰਦਰ ਸੁੱਖ ਸ਼ਾਂਤੀ ਹੈ, ਅਸੀਂ ਸਾਰੇ ਗੁਣਾਂ ਦੇ ਨਾਲ ਜੁੜੇ ਹਾਂ, ਤਾਂ ਇਹ ਐਂਡ ਨਹੀਂ ਹੈ ਖੁਸ਼ੀ ਦਾ। ਇਸ ਖੁਸ਼ੀ ਨੂੰ ਹੋਰ ਵਧਾਇਆ ਜਾ ਸਕਦਾ ਹੈ, ਆਪਣੇ ਅੰਦਰ ਹੋਰ ਗੁਣ ਪੈਦਾ ਕੀਤੇ ਜਾ ਸਕਦੇ ਨੇ। ਯਾਨੀ ਅੰਤ ਹੈ ਹੀ ਨਹੀਂ ਗੁਣਾਂ ਦਾ, ਜਿੰਨੇ ਮਰਜ਼ੀ ਗੁਣਾਂ ਦੇ ਧਾਰਨੀ ਹੋਈ ਜਾਓ। ਲੋਕ ਕਹਿ ਕੇ ਵਿਖਿਆਨ ਕਰ ਕਰਕੇ ਖੱਪ ਜਾਂਦੇ ਨੇ, ਮਰ ਜਾਂਦੇ ਨੇ, ਜੀਵਨ ਦਾ ਅੰਤ ਹੋ ਜਾਂਦਾ, ਪਰ ਗੁਣਾਂ ਦਾ ਅੰਤ ਨਹੀਂ ਹੁੰਦਾ। ਇਹਦਾ ਮਤਲਬ ਸਾਡੇ ਵਾਸਤੇ ਬਹੁਤ ਵੱਡੀ ਪੋਸੀਬਿਲਿਟੀ ਹੈ, ਸੰਭਾਵਨਾ ਹੈ ਕਿ ਅਸੀਂ ਆਪਣੇ ਅੰਦਰ ਜਿੰਨੇ ਮਰਜ਼ੀ ਹੋਰ ਗੁਣ ਪੈਦਾ ਕਰਕੇ ਚੰਗੇ ਤੋਂ ਚੰਗਾ ਇਨਸਾਨ ਬਣ ਸਕਦੇ ਹਾਂ। ਪੜ੍ਹਿਆ ਨਾ ਹੀ ਭੇਦ, ਬੁਝਿਆ ਭਾਵਨਾ। ਇਹਨੂੰ ਪੜ੍ਹੀਏ ਨਹੀਂ ਪੜ੍ਹਨਾ, ਪੜ੍ਹਿਆ। ਜੇ ਅਸੀਂ ਰਾੜੇ ਨਾਲ ਸਿਹਾਰੀ ਬੁਲਾਵਾਂਗੇ ਨਾ, ਪੜ੍ਹੀਏ, ਉਹਦਾ ਮੀਨਿੰਗ ਹੋ ਜਾਏਗਾ ਕਿ ਆਓ ਮਿਲ ਕੇ ਪੜ੍ਹੀਏ, ਪਾਠ ਕਰੀਏ ਜਾਂ ਕੋਈ ਕਿਤਾਬ ਪੜ੍ਹੀਏ। ਤੇ ਪੜ੍ਹਿਆ ਦਾ ਮਤਲਬ ਹੈ ਪੜ੍ਹਨ ਨਾਲ, ਪੜ੍ਹਨ ਕਰਕੇ। ਜਿਵੇਂ ਜਪਜੀ ਸਾਹਿਬ ਵਿੱਚ ਨਾ ਸੁਣਿਆ, ਸੁਣਿਆ ਦਾ ਮਤਲਬ ਸੁਣਨ ਨਾਲ, ਸੁਣਨ ਕਰਕੇ। ਪੜ੍ਹਿਆ ਦਾ ਮਤਲਬ ਪੜ੍ਹਨ ਕਰਕੇ, ਪੜ੍ਹਨ ਨਾਲ। ਬੁਝੀਏ ਦਾ ਮਤਲਬ ਹੁੰਦਾ ਵੀ ਆਓ ਕੋਈ ਬੁਝਾਰਤ ਬੁਝੀਏ, ਜਾਣੀਏ। ਪਰ ਇੱਥੇ ਪੜ੍ਹਨਾ ਹੈ ਬੁਝੇ। ਬੁਝੇ ਦਾ ਮਤਲਬ ਜਾਣਨ ਦੇ ਨਾਲ, ਮਤ ਉੱਚੀ ਹੋਣ ਦੇ ਨਾਲ। ਪੜ੍ਹਿਆ ਨਾ ਹੀ ਭੇਦ, ਕਿ ਪੁਸਤਕਾਂ ਪੜ੍ਹਨ ਦੇ ਨਾਲ ਉਹਦਾ ਭੇਦ ਨਹੀਂ ਪੈਂਦਾ। ਜੇ ਕੋਈ ਕਹੇ ਕਿ ਕੱਲਾ ਪੜ੍ਹਨ ਦੇ ਨਾਲ ਹੀ ਮੈਨੂੰ ਰੱਬ ਦਾ ਭੇਦ ਮਿਲ ਜਾਏ, ਕੇਵਲ ਪੜ੍ਹਨ ਦੇ ਨਾਲ ਮੈਂ ਉਹਦਾ ਅੰਤ ਪਾ ਲਵਾਂ, ਸਮਝ ਲਵਾਂ ਕੇਵਲ ਪੜ੍ਹ ਕੇ, ਤਾਂ ਐਸਾ ਨਹੀਂ ਹੋਏਗਾ। ਗੁਰਬਾਣੀ ਦੇ ਅੰਦਰ ਬਹੁਤ ਸਾਰੇ ਪਿਆਰੇ ਬਚਨ ਆਏ ਨੇ, ਕਿਆ ਪੜ੍ਹੀਏ, ਕਿਆ ਗੁਣੀਏ, ਕਿਆ ਵੇਦ ਪੁਰਾਨਾ ਸੁਣੀਏ, ਪੜ੍ਹੇ ਸੁਨੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਗੁਰੂ ਜੀ ਨੇ ਪਾਵਨ ਬਾਣੀ ਵਿੱਚ ਬਚਨ ਕੀਤਾ ਹੈ, ਪੜ ਗੱਡੀ ਲੱਦੀਆਂ, ਪੜ ਭਰੀਆਂ ਸਾਥ, ਪੜੀਆਂ ਜੀਤੇ ਬਰਸ ਬਰਸ, ਪੜੀਆਂ ਜੀਤੇ ਮਾਸ। ਜਿੰਨਾ ਮਰਜ਼ੀ ਪੜੀ ਜਾਓ, ਜਿੰਨਾ ਮਰਜ਼ੀ ਪੜੀ ਜਾਓ, ਪੜਨ ਦੇ ਨਾਲ ਭੇਦ ਨਹੀਂ ਹੋਣਾ। ਔਰ ਦੇਖੋ, ਇਸ ਚੀਜ਼ ਨੂੰ ਨਾ ਦੁਨਿਆਵੀ ਇੱਕ ਮਿਸਾਲ ਲੈ ਕੇ ਸਮਝਣ ਦਾ ਯਤਨ ਕਰੀਏ। ਸਾਡੀ ਇਸ ਦੁਨੀਆ ਵਿੱਚ ਕਿੰਨੇ ਲੋਕ ਨੇ ਜੋ ਪੜ੍ਹੇ ਲਿਖੇ ਨੇ, ਜਿਨ੍ਹਾਂ ਕੋਲ ਮਾਸਟਰ ਡਿਗਰੀਆਂ ਨੇ ਔਰ ਵੱਡੀਆਂ ਵੱਡੀਆਂ ਨੌਕਰੀਆਂ ਦੇ ਉੱਤੇ ਵੱਡੇ ਵੱਡੇ ਅਹੁਦਿਆਂ ਤੇ ਕੰਮ ਕਰਦੇ ਨੇ। ਪੜ੍ਹਾਈ ਬਹੁਤ ਹੈ, ਗਿਆਨ ਬਹੁਤ ਹੈ, ਉਹਨਾਂ ਨੂੰ ਸੱਚ ਝੂਠ ਦਾ ਪਤਾ ਹੈ, ਲੇਕਿਨ ਰਿਸ਼ਵਤ ਲੈ ਰਹੇ ਨੇ। ਕਾਨੂੰਨ ਪੜ੍ਹਿਆ ਹੈ ਕਿ ਰਿਸ਼ਵਤ ਲੈਣਾ ਔਰ ਦੇਣਾ ਅਪਰਾਧ ਹੈ, ਲੇਕਿਨ ਰਿਸ਼ਵਤ ਲੈ ਰਹੇ ਨੇ। ਪਤਾ ਹੈ ਕਿ ਡੁਪਲੀਕੇਟ ਦਵਾਈਆਂ ਵੇਚਣੀਆਂ ਬਹੁਤ ਗਲਤ ਕੰਮ ਹੈ, ਕਿਸੇ ਦੀ ਜ਼ਿੰਦਗੀ ਨਾਲ ਖਿਲਵਾੜ ਕਰਨਾ ਪਤਾ ਹੈ, ਲੇਕਿਨ ਬਣਾਈ ਜਾ ਰਹੇ ਨੇ ਡੁਪਲੀਕੇਟ ਦਵਾਈਆਂ। ਜਾਂ ਆਮ ਜ਼ਿੰਦਗੀ ਦੇ ਅੰਦਰ ਸਾਨੂੰ ਪਤਾ ਹੈ ਕਿ ਅਸੀਂ ਸੱਚ ਬੋਲਣਾ ਹੈ, ਅਸੀਂ ਬਾਣੀ ਚੋਂ ਪੜ੍ਹਨੇ ਨਾ, ਬੋਲੀਏ ਸੱਚ, ਧਰਮ ਝੂਠ ਨਾ ਬੋਲੀਏ। ਪੜ੍ਹਿਆ ਤੇ ਹੈ ਪਰ ਇਹਨੂੰ ਅਪਣਾਇਆ ਨਹੀਂ ਨਾ। ਇਸ ਲਈ ਇਕੱਲਾ ਪੜ੍ਹਨ ਦੇ ਨਾਲ ਭੇਦ ਨਹੀਂ ਆਏਗਾ ਕਿ ਸੱਚ ਦਾ ਰਸ ਕੀ ਹੈ। ਅਸੀਂ ਪੜ੍ਹੀ ਜਾਈਏ, ਬੋਲੀ ਜਾਈਏ ਕਿ ਸੱਚੀ ਜ਼ਿੰਦਗੀ ਜੀਣ ਦੀ ਜੀ ਬਹੁਤ ਖੁਸ਼ੀ ਹੁੰਦੀ ਹੈ, ਬਹੁਤ ਪਿਆਰੀ ਜ਼ਿੰਦਗੀ ਹੈ, ਸਾਰੇ ਦੁੱਖ ਮਿਟ ਜਾਂਦੇ ਨੇ। ਪਰ ਸੱਚ ਬੋਲੀਏ ਨਾ ਤਾਂ ਸਾਡੀ ਜ਼ਿੰਦਗੀ ਚੋਂ ਦੁੱਖ ਨਹੀਂ ਨਾ ਮਿਟਣਗੇ। ਦੁੱਖ ਤਾਂ ਮਿਟਣਗੇ ਜੇ ਸੱਚ ਨੂੰ ਅਪਣਾਵਾਂਗੇ। ਪੜ੍ਹਿਆ ਨਾ ਹੀ ਭੇਦ, ਬੁਝੇ ਪਾਵਨਾ। ਬੁਝੇ ਦਾ ਮਤਲਬ ਜਾਣਨ ਦੇ ਨਾਲ, ਸਮਝਣ ਰਾਹੀਂ, ਅਮਲ ਕਰਨ ਦੇ ਨਾਲ ਭੇਦ ਪਾਇਆ ਜਾਂਦਾ ਹੈ। ਫਿਰ ਸਮਝ ਆਉਂਦੀ ਹੈ ਕਿ ਹਾਂ, ਵਾਸਤਵ ਦੇ ਅੰਦਰ ਹੀ ਇਹ ਚੀਜ਼ ਠੀਕ ਹੈ।
ਵਾਸਤਵ ਦੇ ਅੰਦਰ ਹੀ ਇਹਦਾ ਰਸ ਇਹ ਹੈ, ਬੁੱਝਣਾ ਪਵੇਗਾ, ਪ੍ਰੈਕਟੀਕਲ ਕਰਨਾ ਪਵੇਗਾ। ਜਿਵੇਂ ਹੁਣ ਅਸੀਂ ਇੱਥੇ ਯੂਕੇ ਵਿੱਚ ਹਾਂ, ਤਾਂ ਇੱਥੇ ਡਰਾਈਵਰ ਬਣਨ ਵਾਸਤੇ ਸਾਨੂੰ ਡਰਾਈਵਿੰਗ ਥਿਊਰੀ ਇੱਕ ਪਹਿਲਾਂ ਟੈਸਟ ਪਾਸ ਕਰਨਾ ਪੈਣਾ। ਤੇ ਜੇ ਕੋਈ ਥਿਊਰੀ ਟੈਸਟ ਪਾਸ ਕਰ ਲਵੇ, ਪੜ੍ਹ ਤੇ ਲਿਆ ਉਹਨੇ, ਜਿੰਨੇ ਨੰਬਰ ਚਾਹੀਦੇ ਸੀ ਉਹਨੂੰ ਮਿਲ ਗਏ ਨੇ, ਥਿਊਰੀ ਟੈਸਟ ਪਾਸ ਉਹ ਕਰ ਲਿਆ, ਤਾਂ ਕੀ ਥਿਊਰੀ ਟੈਸਟ ਪਾਸ ਕਰਨ ਦੇ ਨਾਲ ਉਹ ਡਰਾਈਵਰ ਬਣ ਜਾਏਗਾ? ਨਾ, ਹਾਲੇ ਉਹਨੂੰ ਪਤਾ ਲੱਗੇਗਾ ਕਿ ਐਸ ਸਾਈਨ ਤੇ ਇੰਜ ਰੋਕਣਾ ਹੈ, ਏਦਾਂ ਚਲਾਨ ਦੇ ਇਹ ਨਿਯਮ ਨੇ, ਹਾਲੇ ਉਹਨੂੰ ਜਾਣਕਾਰੀ ਮਿਲੀ ਹੈ, ਉਹ ਡਰਾਈਵਰ ਨਹੀਂ ਬਣਿਆ। ਡਰਾਈਵਿੰਗ ਵਾਸਤੇ ਫਿਰ ਉਹਨੂੰ ਲੈਸਨ ਲੈਣੇ ਪੈਣਗੇ, ਪ੍ਰੈਕਟੀਕਲੀ ਟੈਸਟ ਵੀ ਪਾਸ ਕਰਨਾ ਪਵੇਗਾ, ਫਿਰ ਉਹਨੂੰ ਸਮਝ ਆਏਗੀ ਕਿ ਇਹ ਸਾਰਾ ਕੁਝ ਕਿਵੇਂ ਕੰਮ ਕਰਦਾ। ਹੁਣ ਮੈਂ ਡਰਾਈਵਿੰਗ ਕਰਨੀ ਨਹੀਂ ਜਾਣਦਾ, ਲੇਕਿਨ ਮੈਨੂੰ ਇੰਨਾ ਪਤਾ ਹੈ ਵੀ ਕਾਰ ਦੇ ਵਿੱਚ ਕਲੱਚ ਵੀ ਹੁੰਦਾ ਹੈ, ਬ੍ਰੇਕ ਹੁੰਦੀ ਹੈ, ਗੇਅਰ ਹੁੰਦਾ ਹੈ, ਸਟੀਅਰਿੰਗ ਹੁੰਦਾ ਹੈ, ਹਾਰਨ ਹੁੰਦਾ ਹੈ, ਇਹਨਾਂ ਸਾਰੀਆਂ ਚੀਜ਼ਾਂ ਬਾਰੇ ਮੈਨੂੰ ਪਤਾ ਹੈ। ਪਰ ਇੰਨਾ ਪਤਾ ਹੋਣ ਦੇ ਨਾਲ ਮੈਂ ਕਾਰ ਚਲਾ ਨਹੀਂ ਸਕਦਾ। ਮੈਂ ਚਲਾਵਾਂਗਾ ਤੇ ਫਿਰ ਕਿਤੇ ਗੜਬੜ ਕਰਾਂਗਾ, ਕਿਉਂਕਿ ਭੇਤ ਨਹੀਂ ਹੈ। ਇਸੇ ਤਰ੍ਹਾਂ ਕੇਵਲ ਪੜ੍ਹਨ ਦੇ ਨਾਲ ਕੁਝ ਨਹੀਂ ਹੁੰਦਾ, ਅਮਲ ਕਰਨ ਦੇ ਨਾਲ ਹੁੰਦਾ ਹੈ। ਅਸੀਂ ਬਾਣੀ ਪੜ੍ਹਦੇ ਹਾਂ ਤੇ ਜੇ ਅਮਲ ਨਹੀਂ ਕਰਦੇ ਤਾਂ ਫਿਰ ਸਾਨੂੰ ਉਹ ਰਸ ਨਹੀਂ ਮਿਲੇਗਾ, ਫਿਰ ਸਾਨੂੰ ਪ੍ਰਭੂ ਦਾ, ਜਿਹਨੂੰ ਅਸੀਂ ਮਿਲਾਪ ਕਹਿੰਦੇ ਆ, ਉਹਦਾ ਆਨੰਦ ਨਹੀਂ ਆਏਗਾ, ਮੁਕਤੀ ਨਹੀਂ ਆਏਗੀ, ਅੰਦਰ ਇਨਸਾਨੀਅਤ ਪੈਦਾ ਨਹੀਂ ਹੋਵੇਗੀ। ਔਰ ਜਿਹੜੇ ਚੰਗੇ ਸ਼ੁਭ ਕਰਮਾਂ ਨੂੰ ਅਮਲ ਵਿੱਚ ਲਿਆ ਕੇ ਜਿਹੜੀ ਖੁਸ਼ੀ ਮਿਲਦੀ ਹੈ, ਉਹ ਖੁਸ਼ੀ ਨਹੀਂ ਮਿਲੇਗੀ। ਪੜ੍ਹੇ ਨਾ ਹੀ ਭੇਦ, ਬੁਝੇ ਪਾਵਨਾ। ਹਟ ਦਰਸ਼ਨ ਕੈ ਭੇਖ, ਕਿਸੈ ਸੱਚ ਸਮਾਵਨਾ। ਇੱਥੇ ਸਮਾਵਨਾ ਸਵਾਲੀਆ ਕਰਨਾ ਹੈ। ਖਟ ਦਰਸ਼ਨ ਕੈ ਭੇਖ, ਕਿਸੈ ਸੱਚ ਸਮਾਵਨਾ। ਖਟ ਦਰਸ਼ਨ ਦਾ ਮਤਲਬ ਜੋ 6 ਜੋਗੀਆਂ ਦੇ ਭੇਖ ਨੇ, 6 ਭੇਖ ਨੇ, ਉਹਨਾਂ ਨੂੰ ਜੇ ਲਿਖਣਾ ਹੈ ਤੇ ਲਿਖ ਸਕਦੇ ਹੋ। ਜੋਗੀ, ਜੰਗਮ, ਸੰਨਿਆਸੀ, ਬੋਧੀ, ਸਰੇਵੜੇ ਔਰ ਬੈਰਾਗੀ, ਇਹ 6 ਭੇਖ ਨੇ। ਦੁਬਾਰਾ ਜੇ ਲਿਖਣਾ ਹੈ ਤੇ ਲਿਖ ਲਓ, ਨਹੀਂ ਤੇ ਮੈਂ ਕਿਵ ਸਚਿਆਰਾ ਗਰੁੱਪ ਵਿੱਚ ਪਾ ਦਵਾਂ। ਜੋਗੀ, ਜੰਗਮ, ਸੰਨਿਆਸੀ, ਬੋਧੀ, ਸਰੇਵੜੇ ਔਰ ਬੈਰਾਗੀ। ਹੁਣ ਇਹ ਬਾਹਰਲਾ ਭੇਖ ਹੈ। ਜੇ ਕੋਈ ਇਹਨਾਂ 6 ਭੇਖਾਂ ਦੇ ਬਾਹਰਲੇ ਭੇਖ ਨੂੰ ਪਾ ਲਵੇ ਤਾਂ ਕੀ ਕੋਈ ਸੱਚ ਦੇ ਅੰਦਰ ਸਮਾ ਸਕਦਾ ਹੈ? ਇੱਥੇ ਸਵਾਲੀਆ ਹੈ। ਖਟ ਦਰਸ਼ਨ ਕੈ ਭੇਖ, ਕਿਸੈ ਸੱਚ ਸਮਾਵਨਾ। ਕਿ 6 ਜਿਹੜੇ ਭੇਖ ਨੇ, ਇਹਨਾਂ ਦੇ ਬਾਹਰਲੇ ਭੇਸ਼ ਨੂੰ ਧਾਰਨ ਕਰਨ ਦੇ ਨਾਲ ਕੀ ਕੋਈ ਸੱਚ ਦੇ ਅੰਦਰ ਸਮਾ ਸਕਦਾ ਹੈ? ਕਿ ਜੋਗੀਆਂ ਵਾਲਾ ਕੋਈ ਭੇਖ ਪਾ ਲੈ, ਕੰਨ ਪੜਵਾ ਲੈ, ਕੱਪੜੇ ਪਾ ਲੈ, ਤੂੰਬਾ ਹੱਥ ਵਿੱਚ ਫੜ ਲੈ, ਜੰਗਮ ਬਣ ਜਾਏ, ਸੰਨਿਆਸੀ ਬਣ ਜਾਏ, ਬੋਧੀ ਸਰੇਵੜਿਆਂ ਵਾਲਾ ਕੋਈ ਭੇਖ ਪਾ ਲੈ, ਕਿਸੇ ਵੀ ਧਰਮ ਦੇ ਕੱਪੜੇ ਪਾ ਲਵੇ, ਤਾਂ ਕੀ ਉਹ ਭੇਖ ਧਾਰਨ ਦੇ ਨਾਲ ਸੱਚ ਦੇ ਅੰਦਰ ਸਮਾ ਜਾਏਗਾ? ਨਹੀਂ ਸਮਾਏਗਾ। ਜੇ ਭੇਖ ਧਾਰਨ ਦੇ ਨਾਲ ਸੱਚ ਵਿੱਚ ਸਮਾਂਦਾ ਹੋਵੇ ਤਾਂ ਇਹ ਤਾਂ ਕੰਮ ਹੀ ਬੜਾ ਸੌਖਾ ਹੈ। ਫਿਰ ਕਿਸੇ ਸਕੂਲ ਵਾਲੇ ਬੱਚੇ ਦੀ ਵਰਦੀ ਪਾ ਲਓ ਤੇ ਤੁਸੀਂ ਨਾਲ ਦੇ ਨਾਲ ਪੜ੍ਹ ਜਾਓ, ਤੇ ਐਵੇਂ ਹੁੰਦਾ ਨਹੀਂ ਨਾ। ਵਰਦੀ ਪਾਉਣ ਨਾਲ ਕੋਈ ਬੱਚਾ ਪੜ੍ਹ ਥੋੜੀ ਜਾਂਦਾ। ਉਹ ਤਾਂ ਇੱਕ ਡਿਸਿਪਲਿਨ ਹੈ, ਉਹ ਤਾਂ ਇੱਕ ਪੁਸ਼ਾਕ ਹੈ। ਜੇ ਐਵੇਂ ਹੁੰਦਾ ਹੋਏ ਤਾਂ ਫਿਰ ਤਾਂ ਫੌਜ ਨੂੰ ਟ੍ਰੇਨਿੰਗ ਦੇਣ ਦੀ ਲੋੜ ਹੀ ਨਹੀਂ ਹੈ। ਫਿਰ ਤਾਂ ਫੌਜਾਂ ਹਟਾ ਦਿਓ। ਜੇ ਬਾਹਰਲੇ ਹਮਲੇ ਦੀ ਕਿਤੇ ਲੋੜ ਹੋਏ ਤੇ ਫਟਾਫਟ ਫੌਜੀਆਂ ਦੀ ਵਰਦੀ ਪਵਾ ਦਿਓ ਤੇ ਭੇਜ ਦਿਓ ਤੇ ਲੋਕੀ ਫੌਜੀ ਬਣ ਜਾਣ। ਐਵੇਂ ਥੋੜੀ ਹੋ ਜਾਏਗਾ ਕਿ ਵਰਦੀ ਪਾਉਣ ਦੇ ਨਾਲ ਕੋਈ ਬੰਦਾ ਟ੍ਰੇਨਡ ਥੋੜੀ ਹੋ ਜਾਏਗਾ ਜੰਗ ਲੜਨ ਵਾਸਤੇ। ਇਸੇ ਤਰ੍ਹਾਂ ਧਾਰਮਿਕ ਪਹਿਨਾਵਾ ਪਹਿਨਣ ਦੇ ਨਾਲ ਕੋਈ ਰੱਬ ਥੋੜਾ ਮਿਲੇਗਾ। ਹੁਣ ਜਿਵੇਂ ਮੈਂ ਹਾਂ ਤਾਂ ਮੈਂ ਧਾਰਮਿਕ ਕੱਪੜੇ ਪਾਏ ਨੇ, ਧਾਰਮਿਕ ਚਿੰਨ੍ਹ ਧਾਰਨ ਕੀਤੇ ਨੇ, ਤਾਂ ਕਿ ਧਾਰਮਿਕ ਚਿੰਨ੍ਹ ਧਾਰਨ ਕਰਨ ਨਾਲ ਜਾਂ ਧਾਰਮਿਕ ਕੱਪੜੇ ਪਾਉਣ ਨਾਲ ਮੈਨੂੰ ਰੱਬ ਮਿਲ ਜਾਏਗਾ ਜਾਂ ਮੇਰੀ ਜ਼ਿੰਦਗੀ ਅੰਦਰ ਸ਼ਾਂਤੀ ਆ ਜਾਏਗੀ? ਭੇਖ ਨਾਲ ਨਹੀਂ ਆਉਂਦੀ। ਜੇ ਭੇਖ ਦੇ ਨਾਲ ਸ਼ਾਂਤੀ ਆਉਂਦੀ ਹੁੰਦੀ ਨਾ, ਤਾਂ ਖਾਸ ਕਰਕੇ ਇੰਡੀਆ ਦੇ ਅੰਦਰ ਜਿੰਨੇ ਵੀ ਸਾਡੇ ਸੰਤ ਬਾਬੇ ਨੇ, ਚਾਹੇ ਹਿੰਦੂ ਵੀਰਾਂ ਦੇ ਨੇ ਜਾਂ ਸਿੱਖ ਵੀਰਾਂ ਦੇ ਨੇ, ਉਹ ਤਾਂ ਬਿਲਕੁਲ ਸ਼ਾਂਤ ਚਾਹੀਦੇ ਸੀ। ਉਹਨਾਂ ਦੀ ਸਿਹਤ ਬੜੀ ਵਧੀਆ ਚਾਹੀਦੀ ਸੀ, ਉਹਨਾਂ ਦਾ ਸੁਭਾਅ ਬੜਾ ਵਧੀਆ ਚਾਹੀਦਾ ਸੀ, ਉਹਨਾਂ ਦੀ ਬੋਲ ਚਾਲ ਚੰਗੀ ਚਾਹੀਦੀ ਸੀ, ਬਿਹੇਵੀਅਰ ਚੰਗਾ ਚਾਹੀਦਾ ਸੀ, ਸਾਰੇ ਰੱਬ ਦੇ ਵਿੱਚ ਮਿਲੇ ਹੋਏ ਹੋਣੇ ਚਾਹੀਦੇ ਸੀ। ਪਰ ਉਹਨਾਂ ਦੇ ਤੇ ਆਪਣੇ ਡੇਰਿਆਂ ਦੇ ਵਿੱਚ ਗੋਲੀਆਂ ਚੱਲਦੀਆਂ ਨੇ। ਪ੍ਰੋਬਲਮ ਹੈ ਨਾ। ਇਸ ਲਈ ਖਟ ਦਰਸ਼ਨ ਕੈ ਭੇਖ, ਕਿਸੈ ਸੱਚ ਸਮਾਵਨਾ। ਕਿ 6 ਦਰਸ਼ਨਾਂ ਦੇ ਭੇਖਾਂ ਨੂੰ
ਪਹਿਨਾਵੇ ਨੂੰ ਪਹਿਨਣ ਕਰਕੇ ਕੋਈ ਸੱਚ ਦੇ ਅੰਦਰ ਸਮਾ ਸਕਦਾ ਹੈ? ਨਹੀਂ ਸਮਾ ਸਕਦਾ। ਇਸ ਲਈ ਬੁੱਝੇ ਭਾਵਨਾ ਦੀ ਗੱਲ ਹੈ, ਅਮਲ ਕਰਨ ਦੀ ਲੋੜ ਹੈ। ਸੱਚਾ ਪੁਰਖ ਅਲਖ ਸ਼ਬਦ ਸੁਹਾਵਣਾ। ਅਲਖ ਦਾ ਮਤਲਬ ਜਿਹੜਾ ਅਦ੍ਰਿਸ਼ਟ ਹੈ, ਦਿਸਦਾ ਨਹੀਂ, ਜਿਸ ਤੇ ਕੋਈ ਖਾਸ ਨਿਸ਼ਾਨ ਨਹੀਂ, ਰੂਪ ਰੇਖ ਰੰਗ ਆਕਾਰ ਨਹੀਂ। ਅਸੀਂ ਇਹ ਨਹੀਂ ਕਹਿ ਸਕਦੇ ਕਿ ਰੱਬ ਫਲਾਣੇ ਬੰਦੇ ਵਰਗਾ ਹੈ, ਰੱਬ ਦੀ ਸ਼ਕਲ ਐਵੇਂ ਦੀ ਹੈ, ਕਿਉਂਕਿ ਉਹਦਾ ਰੂਪ ਰੇਖ ਰੰਗ ਕੋਈ ਹੈ ਹੀ ਨਹੀਂ। ਪੁਰਖ ਦਾ ਮਤਲਬ ਜਰਰੇ ਜਰਰੇ ਅੰਦਰ ਸਮਾਇਆ ਹੋਇਆ ਹੈ। ਸੱਚਾ ਦਾ ਮਤਲਬ ਸदैव ਹੈ, ਤੇ ਅਲਖ ਦਾ ਮਤਲਬ ਇਹਨਾਂ ਅੱਖਾਂ ਦੇ ਨਾਲ ਦਿਸਦਾ ਵੀ ਨਹੀਂ। ਦੇਖੋ, ਹੈ ਵੀ ਇੱਕ ਅਟਲ ਸੱਚਾਈ, ਇਹ ਨਹੀਂ ਕਿ ਰੱਬ ਹੈ ਨਹੀਂ, ਹੈ, ਸੱਚਾ ਹੈ, ਸਦਾ ਹੈ। ਤੇ ਪੁਰਖ ਦਾ ਮਤਲਬ ਜਰਰੇ ਜਰਰੇ ਅੰਦਰ ਸਮਾਇਆ ਹੋਇਆ ਹੈ, ਅਣੂ ਪਰਮਾਣੂ ਦੇ ਅੰਦਰ ਸਮਾਇਆ ਹੋਇਆ ਹੈ, ਪੌਣ ਪਾਣੀ ਵੈਸਤੰਤਰ ਵਿੱਚ ਜੀਵ ਜਨਤਾ ਦੇ ਅੰਦਰ ਸਮਾਇਆ ਹੋਇਆ ਹੈ, ਐਨਰਜੀ ਰੂਪ ਵਿੱਚ, ਤੇ ਇਹਨਾਂ ਅੱਖਾਂ ਦੇ ਨਾਲ ਦਿਸਦਾ ਵੀ ਨਹੀਂ। ਸ਼ਬਦ ਸੁਹਾਵਣਾ, ਸ਼ਬਦ ਦੇ ਰਾਹੀਂ ਉਹ ਸਾਨੂੰ, ਬੰਦਾ ਆਪਣੇ ਜੀਵਨ ਨੂੰ ਸੁਹਾਵਣਾ ਬਣਾ ਲੈਂਦਾ ਹੈ, ਤੇ ਸ਼ਬਦ ਦੇ ਰਾਹੀਂ, ਉਪਦੇਸ਼ ਦੇ ਰਾਹੀਂ ਉਹ ਰੱਬ ਸੁਹਾਵਣਾ ਲੱਗਦਾ ਹੈ। ਉਹ ਸੁਹਾਵਣੇ ਰੱਬ ਦੇ ਅੰਦਰ ਸਮਾਇਆ ਜਾ ਸਕਦਾ ਹੈ ਸ਼ਬਦ ਰਾਹੀਂ। ਸ਼ਬਦ ਦਾ ਮਤਲਬ ਹੈ ਹੁਕਮ, ਸ਼ਬਦ ਦਾ ਮਤਲਬ ਗੁਰੂ ਦੀ ਫਿਲਾਸਫੀ, ਵੇ ਆਫ ਲਾਈਫ, ਗੁਰੂ ਦਾ ਗਿਆਨ, ਗੁਰੂ ਗਿਆਨ ਤੇ ਅਮਲ ਕਰਕੇ ਉਹਦੇ ਅੰਦਰ ਸਮਾਇਆ ਜਾ ਸਕਦਾ ਹੈ, ਜੀਵਨ ਨੂੰ ਸੁਹਾਵਣਾ ਬਣਾਇਆ ਜਾ ਸਕਦਾ ਹੈ। ਹੁਣ ਪਾਵਨ ਬਾਣੀ ਵਿੱਚ ਆਉਂਦਾ ਨਾ, ਨਾਨਕ ਸੇ ਅਖੜੀਆਂ ਬਿਆਨ ਜਿਨੀ ਦਿਸੰਦੋ ਮਾਂ ਪ੍ਰੀ, ਕਿ ਉਹ ਅੱਖਾਂ ਹੋਰ ਨੇ ਜਿਨ੍ਹਾਂ ਅੱਖਾਂ ਦੇ ਨਾਲ ਮੇਰਾ ਪਿਆਰਾ ਰੱਬ ਦਿਸਦਾ ਹੈ। ਤੇ ਇਸ ਪੰਕਤੀ ਨੂੰ ਲੈ ਕੇ ਬਾਬਿਆਂ ਨੇ ਬਹੁਤ ਇਮੋਸ਼ਨਲ ਬਲੈਕਮੇਲ ਕੀਤਾ ਲੋਕਾਂ ਨੂੰ। ਕਿਹਾ ਜਾਂਦਾ ਹੈ ਉਹਦੀ ਤੀਜੀ ਅੱਖ ਖੁੱਲ ਜਾਂਦੀ। ਇੱਥੇ ਕਰਨਾਲ ਇੱਕ ਬਾਬਾ ਜੀ ਕਥਾ ਕਰ ਰਹੇ ਸਨ, ਤੇ ਉੱਥੇ ਸਾਡੇ ਪਿੰਡ ਦੇ ਮੁੰਡੇ ਵੀ ਗਏ ਸੀ ਸੁਣਨ ਵਾਸਤੇ, ਤੇ ਬਾਬਾ ਜੀ ਨੇ ਚਸ਼ਮੇ ਲਾਏ ਸਨ ਤੇ ਕਥਾ ਕਰ ਰਹੇ ਸੀ ਵੀ ਜੇ ਤੁਸੀਂ ਨਾਮ ਜਪੋਗੇ, ਭਗਤੀ ਕਰੋਗੇ, ਤੁਹਾਡੀ ਤੀਜੀ ਅੱਖ ਖੁੱਲ ਜਾਏਗੀ। ਤੀਜੀ, ਨਾਲ ਇੱਥੇ ਉਂਗਲੀ ਲਾ ਰਹੇ ਸੀ, ਤੀਜੀ ਅੱਖ ਖੁੱਲ ਜਾਏਗੀ। ਤੇ ਸਾਡੇ ਪਿੰਡ ਦੇ ਮੁੰਡੇ ਨੇ ਕਹਿੰਦੇ ਬਾਬੇ ਦੀਆਂ ਆਪਣੀਆਂ ਪਹਿਲੀਆਂ ਦੋ ਬੰਦ ਨੇ, ਤੀਜੀ ਕਿੱਥੋਂ ਖੁੱਲ ਜਾਏਗੀ? ਲੋਕਾਂ ਦੀ ਤੀਜੀ ਖੁੱਲਦਾ ਫਿਰ, ਆਪਣੀਆਂ ਪਹਿਲੀਆਂ ਵੀ ਦੋ ਬੰਦ ਨੇ, ਚਸ਼ਮਾ ਲਾਇਆ, ਲੋਕਾਂ ਦੀ ਤੀਜੀ ਖੋਲ ਰਿਹਾ। ਤਾਂ ਇਹੋ ਜਿਹੀ ਕੋਈ ਅੱਖ ਨਹੀਂ ਵੀ ਇੱਕ ਡੇਲਾ ਤੀਜਾ ਲੱਗ ਜਾਏ। ਉੱਥੇ ਗੱਲ ਹੈਗੀ ਏ ਕਿ ਜਿਹੜੀ ਨਾਨਕ ਸੇ ਅਖੜੀਆਂ ਬਿਆਨ, ਕਿ ਉਹ ਅੱਖਾਂ ਹੋਰ ਨੇ। ਇਹਦਾ ਮਤਲਬ ਇਹ ਨਹੀਂ ਵੀ ਇਹ ਡੇਲੇ ਕੱਢ ਕੇ ਤੇ ਡੇਲੇ ਹੋਰ ਪਾਣੇ ਪੈਣਗੇ, ਰੈਟੀਨਾ ਬਦਲਣਾ ਪਵੇਗਾ। ਰੈਟੀਨਾ ਇਹੀ ਰਹਿਣਾ, ਡੇਲਾ ਇਹੀ ਰਹਿਣਾ। ਸੇ ਅਖੜੀਆਂ ਬਿਆਨ ਦਾ ਮਤਲਬ ਉਹ ਸੋਚ ਵੱਖਰੀ ਹੈ, ਸੋਚ ਵੱਖਰੀ ਹੈ। ਡੇਲੇ ਇਹੀ ਰਹਿਣੇ ਨੇ, ਜ਼ਬਾਨ ਇਹੀ ਰਹਿਣੀ, ਹੱਥ ਇਹੀ ਰਹਿਣੇ ਨੇ, ਪੈਰ ਇਹੀ ਰਹਿਣੇ ਨੇ, ਕੰਨ ਇਹੀ ਰਹਿਣੇ ਨੇ। ਸੋਚ ਬਦਲਣੀ ਹੈ। ਜਿਹੜੀ ਸੋਚ ਨਾਲ ਅਸੀਂ ਜ਼ਿੰਦਗੀ ਜੀ ਰਹੇ ਹਾਂ, ਆਮ ਲੋਕ, ਜਿਸ ਸੋਚ ਦੇ ਨਾਲ ਆਮ ਲੋਕ ਜ਼ਿੰਦਗੀ ਜੀ ਰਹੇ ਨੇ, ਇਸ ਸੋਚ ਦੇ ਨਾਲ ਰੱਬ ਨਹੀਂ ਦਿਸਦਾ। ਉਹ ਸੋਚ ਹੋਰ ਹੈ, ਉਹ ਸੋਚ ਬਦਲਣੀ ਪੈਣੀ ਹੈ। ਸੋਚ ਜਿਹੜੀ ਨੈਗੇਟਿਵ ਥਿੰਕਿੰਗ ਹੈ ਉਹ ਦੂਰ ਕਰਨੀ ਪੈਣੀ ਹੈ। ਪੋਜ਼ਿਟਿਵ ਥਿੰਕਿੰਗ, ਗੁਰੂ ਵਾਲੀ ਸੋਚ ਅਪਣਾਣੀ ਪਵੇਗੀ। ਸੋਚ ਹੀ ਹੈ ਨਾ। ਦੇਖੋ, ਸਾਨੂੰ ਇਹ ਸੰਸਾਰ ਜ਼ਹਿਰੀਲਾ ਦਿਸ ਰਿਹਾ ਹੈ, ਸਾਨੂੰ ਇਹ ਸੰਸਾਰ ਦੁਖਦਾਈ ਦਿਸ ਰਿਹਾ ਹੈ। ਸੰਸਾਰ ਇਹੀ ਹੈ, ਜੀਵ ਜੰਤ ਇਹੀ ਨੇ। ਗੁਰੂ ਨਾਨਕ ਪਾਤਸ਼ਾਹ ਜੀ ਨੂੰ ਇਹ ਸੰਸਾਰ ਆਰਤੀ ਕਰਦਾ ਪ੍ਰਤੀਤ ਹੋ ਰਿਹਾ ਹੈ। ਸਾਨੂੰ ਇਹ ਪੌਣ ਪਾਣੀ ਬੈਸੰਤਰ ਦੁਖਦਾਈ ਪ੍ਰਤੀਤ ਹੋ ਰਹੇ ਨੇ। ਗੁਰੂ ਨਾਨਕ ਦੇਵ ਜੀ ਨੂੰ ਗਾਉਂਦੇ ਹੋਏ ਪ੍ਰਤੀਤ ਹੋ ਰਹੇ ਨੇ, ਗਾਵਨ ਤੁਧ ਨੂੰ ਪੌਣ ਪਾਣੀ ਬੈਸੰਤਰ। ਉਹਨਾਂ ਨੂੰ ਜ਼ਿੰਦਗੀ ਦਾ ਸੰਗੀਤ ਸੁਣਾਈ ਦੇ ਰਿਹਾ ਹੈ। ਸੋਚ ਹੈ ਨਾ। ਸਾਨੂੰ ਲੋਕ ਆਪਣੇ ਔਰ ਪਰਾਏ ਦਿਸ ਰਹੇ ਨੇ, ਨੀਵੀਂ ਔਰ ਉੱਚੀ ਜਾਤ ਦੇ ਦਿਸਦੇ ਨੇ ਪਏ। ਤੇ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਸਭ ਮੈਂ ਜੋਤ, ਜੋਤ ਹੈ ਸੋਏ ਜੋਤ ਹੈ। ਸਾਨੂੰ ਇਸਤਰੀਆਂ ਪੁਰਸ਼ ਦੁਸ਼ਮਣ ਦਿਸਦੇ ਨੇ, ਵਿਰੋਧੀ ਦਿਸਦੇ ਨੇ। ਤੇ ਭਗਤ ਕਬੀਰ ਜੀ ਨੂੰ ਇਸਤਰੀਆਂ ਔਰ ਪੁਰਸ਼ ਰੱਬ ਦਾ ਰੂਪ ਦਿਸ ਰਹੇ ਨੇ। ਉਹ ਕਹਿੰਦੇ ਨੇ ਜੇਤੇ ਔਰਤ ਮਰਦਾਂ ਸਾਜੇ, ਇਹ ਸਭ ਰੂਪ ਤੁਮਹਾਰੇ, ਕਬੀਰ ਪੂੰਗਰਾ ਰਾਮ ਅੱਲਾਹ ਕਾ ਗੁਰ ਸਭ ਗੁਰਪੀਰ ਹਮਾਰੇ। ਅੱਖਾਂ ਇਹੀ ਨੇ, ਸੋਚ ਬਦਲ ਗਈ। ਤੇ ਜੇ ਅਸੀਂ ਸੋਚ ਬਦਲ ਲਵੀਏ, ਖਾਸ ਕਰਕੇ ਆਪਣੇ ਘਰਾਂ ਤੋਂ ਸ਼ੁਰੂ ਕਰ ਲਵੀਏ, ਜੇ ਬਾਹਰੋਂ ਨਹੀਂ ਕਰ ਸਕਦੇ ਘਰ ਤੋਂ ਸ਼ੁਰੂ ਕਰ ਲਓ। ਸੌਖਾ ਹੈ ਨਾ ਘਰ ਤੋਂ ਸ਼ੁਰੂ ਕਰਨਾ। ਮਾਂ ਬਾਪ ਨੇ, ਭੈਣ ਭਰਾ ਨੇ, ਬੱਚੇ ਨੇ, ਪਤੀ ਹੈ, ਪਤਨੀ ਹੈ,
ਇੱਕ ਦੂਜੇ ਨੂੰ ਰੱਬ ਦੇ ਰੂਪ ਵਿੱਚ ਵੇਖੋ, ਇੱਕ ਦੂਜੇ ਨਾਲ ਰੱਬ ਵਰਗਾ ਪਿਆਰ ਕਰਨਾ ਸ਼ੁਰੂ ਕਰੋ, ਇੱਕ ਦੂਜੇ ਦੇ ਵਿਸ਼ਵਾਸ ਦੇ ਪਾਤਰ ਬਣੋ, ਇੱਕ ਦੂਜੇ ਵਾਸਤੇ ਸਮਰਪਣ ਕਰੋ, ਤਾਂ ਸੋਚ ਬਦਲ ਜਾਏਗੀ ਨਾ। ਸੋਚ ਬਦਲ ਜਾਏਗਾ, ਸਾਰਾ ਵਿਹਾਰ ਬਦਲ ਜਾਏਗਾ, ਘਰ ਦਾ ਮਾਹੌਲ ਬਦਲ ਜਾਏਗਾ। ਤੇ ਜੇ ਹਰ ਪਰਿਵਾਰ ਦੇ ਲੋਕ ਐਵੇਂ ਕਰਨ ਲੱਗ ਜਾਣ, ਦੂਜਿਆਂ ਨਾਲ ਫਿਲਹਾਲ ਤੁਸੀਂ ਇਹ ਸਮਝ ਲਓ ਕਿ ਸਾਨੂੰ ਕੋਈ ਧੋਖਾ ਦੇ ਸਕਦਾ ਹੈ, ਪਰ ਘਰ ਦੇ ਜੀ ਘਰ ਤੋਂ ਸ਼ੁਰੂ ਕਰ ਲਓ। ਜੇ ਹਰ ਪਰਿਵਾਰ ਐਵੇਂ ਸੋਚਣਾ ਸ਼ੁਰੂ ਕਰ ਦੇ ਤੇ ਕੀ ਇਹ ਸੰਸਾਰ ਸਵਰਗ ਨਹੀਂ ਬਣ ਜਾਏਗਾ? ਇਹਨੂੰ ਕਹਿੰਦੇ ਨੇ ਸੇ ਅਖੜੀਆਂ, ਨਾਨਕ ਸੇ ਅਖੜੀਆਂ ਬਿਆਨ। ਤਾਂ ਸੱਚਾ ਪੁਰਖ ਅਲਖ, ਉਹ ਸੱਚਾ ਹੈ, ਸੱਚ ਹੈ, ਸਦਾ ਹੈ, ਅਬਿਨਾਸ਼ੀ ਹੈ। ਪੁਰਖ ਦਾ ਮਤਲਬ ਜਰਰੇ ਜਰਰੇ ਦੇ ਅੰਦਰ ਰਮਿਆ ਹੋਇਆ ਹੈ, ਪਰ ਸਾਨੂੰ ਦਿਸਦਾ ਨਹੀਂ, ਅਲਖ ਹੈ, ਦਿਸਦਾ ਨਹੀਂ। ਸ਼ਬਦ ਸੁਹਾਵਣਾ, ਸ਼ਬਦ ਰਾਹੀਂ, ਗਿਆਨ ਰਾਹੀਂ ਸਾਨੂੰ ਫਿਰ ਉਹ ਸੁਹਾਵਣਾ ਦਿਸ ਪੈਂਦਾ ਹੈ, ਲੱਗਣ ਲੱਗ ਜਾਂਦਾ ਹੈ, ਦਿਸ ਜਾਂਦਾ ਹੈ, ਕਿਉਂਕਿ ਕਾਮਨ ਸੈਂਸ ਆ ਗਈ ਨਾ, ਵਿਵੇਕ ਬੁੱਧ ਮਿਲ ਗਈ, ਸੋਚ ਬਦਲ ਗਈ। ਮੰਨੇ ਨਾਉ ਬਿਸੰਖ ਦਰਗਾਹ ਪਾਵਣਾ। ਇੱਥੇ ਬਿਸੰਖ ਦਾ ਮਤਲਬ ਹੈ ਅਸੰਖ, ਬੇਅੰਤ ਹਰੀ। ਨਾਉ ਦਾ ਮਤਲਬ ਨਾਮ, ਤੇ ਨਾਮ ਦਾ ਮਤਲਬ ਰਾਮ ਰਾਮ, ਵਾਹਿਗੁਰੂ ਵਾਹਿਗੁਰੂ, ਅੱਲਾ ਅੱਲਾ ਕਰੀ ਜਾਣਾ ਨਹੀਂ। ਨਾਮ ਦਾ ਮਤਲਬ ਹੈ ਹੁਕਮ। ਮੰਨੇ ਨਾਉ ਬਿਸੰਖ, ਬਿਸੰਖ ਦਾ ਮਤਲਬ ਜੇ ਅਨੰਤ ਪ੍ਰਭੂ ਦੇ ਹੁਕਮ ਨੂੰ ਮੰਨਿਆ ਜਾਏ, ਮਨ ਬਚਨ ਔਰ ਕਰਮ ਕਰਕੇ ਰੱਬੀ ਰਜਾ ਦੇ ਵਿੱਚ ਤੁਰਿਆ ਜਾਏ। ਦਰਗਾਹ ਪਾਵਣਾ, ਪਾਵਣਾ ਦਾ ਮਤਲਬ ਪਾ ਲੈਂਦਾ ਹੈ, ਉਹ ਉਹਦੀ ਦਰਗਾਹ ਨੂੰ ਪਾ ਲੈਂਦਾ ਹੈ, ਯਾਨੀ ਦਰਗਾਹ ਵਿੱਚ ਅੱਪੜ ਜਾਂਦਾ ਹੈ, ਪਹੁੰਚ ਜਾਂਦਾ ਹੈ। ਉਹ ਰੱਬ ਦੀ ਦਰਗਾਹ ਵਿੱਚ ਪਹੁੰਚ ਜਾਂਦਾ ਹੈ ਜੋ ਰੱਬੀ ਹੁਕਮ ਨੂੰ ਮੰਨਦਾ ਹੈ। ਹੁਣ ਦੇਖੋ ਸਾਡੀ ਕਿਹੜੀ ਵੱਡੀ ਸਮੱਸਿਆ ਦਾ ਸੋਲੂਸ਼ਨ ਹੋ ਰਿਹਾ ਹੈ। ਸਾਨੂੰ ਇਹ ਦੱਸਿਆ ਜਾਂਦਾ ਹੈ ਕਿ ਦਰਗਾਹ ਕਿਤੇ ਉੱਤੇ ਹੈ, ਮਰਨ ਤੋਂ ਬਾਅਦ ਦਰਗਾਹ ਹੈ, ਮਰਨ ਤੋਂ ਬਾਅਦ ਧਰਮਰਾਜ ਨੇ ਲੇਖਾ ਕਰਨਾ ਹੈ, ਮਰਨ ਤੋਂ ਬਾਅਦ ਰੱਬ ਨੇ ਲੇਖਾ ਮੰਗਣਾ ਹੈ, ਮਰਨ ਤੋਂ ਬਾਅਦ ਜਿਹੜੇ ਚੰਗੇ ਕਰਮ ਕਰਨਗੇ ਰੱਬ ਦੀ ਦਰਗਾਹ ਵਿੱਚ ਜਾਣਗੇ, ਤੇ ਬੁਰਿਆਂ ਨੂੰ ਫਿਰ ਇੱਥੇ ਥੱਲੇ ਸੁੱਟ ਦਿੱਤਾ ਜਾਏਗਾ। ਬੰਦਾ ਪੁੱਛੇ ਵੀ ਰੱਬ ਨੇ ਸੰਸਾਰ ਜੇਲ੍ਹ ਖਾਨਾ ਬਣਾਇਆ, ਵੀ ਉੱਥੇ ਉਹਨੂੰ ਸਾਰੇ ਭੈੜੇ ਹੀ ਬੰਦੇ ਭੇਜਣੇ ਨੇ? ਐਵੇਂ ਨਹੀਂ ਹੈ। ਮੰਨੇ ਨਾਉ ਬਿਸੰਖ, ਦੇਖੋ ਕਿੰਨੀ ਸੌਖੀ ਗੱਲ ਹੈ ਕਿ ਜੇ ਅਕਾਲ ਪੁਰਖ ਦੇ ਹੁਕਮ ਨੂੰ ਮੰਨਿਆ ਜਾਏ, ਮਨ ਕਰਕੇ, ਬਚਨ ਕਰਕੇ, ਕਰਮ ਕਰਕੇ, ਦਰਗਾਹ ਪਾਵਣਾ ਉਹ ਰੱਬ ਦੀ ਹਜ਼ੂਰੀ ਨੂੰ ਪਾ ਲਵੇਗਾ। ਯਾਨੀ ਰੱਬ ਦੇ ਹੁਕਮ ਨੂੰ ਮੰਨਣਾ ਹੀ ਰੱਬ ਦੀ ਹਜ਼ੂਰੀ ਨੂੰ ਪਾਣਾ ਹੈ, ਰੱਬ ਦੀ ਰਜ਼ਾ ਵਿੱਚ ਜੀਣਾ ਹੀ ਰੱਬ ਦੀ ਦਰਗਾਹ ਵਿੱਚ ਜੀਣਾ ਹੈ। ਕਾਸ਼ ਸਾਨੂੰ ਇਹ ਗੱਲ ਸਮਝ ਆ ਜਾਏ, ਕਾਸ਼ ਦੁਨੀਆ ਇਸ ਚੀਜ਼ ਨੂੰ ਸਮਝ ਲਵੇ ਕਿ ਰੱਬੀ ਰਜ਼ਾ ਵਿੱਚ ਰਹਿਣਾ ਹੀ ਰੱਬੀ ਦਰਗਾਹ ਦੇ ਵਿੱਚ ਰਹਿਣਾ ਹੈ। ਮਨ ਬਚਨ ਕਰਮ ਕਰਕੇ ਜਦੋਂ ਜ਼ਿੰਦਗੀ ਜੀਵੋਗੇ ਨਾ, ਉਹ ਜੀਵਨ ਤੁਹਾਡਾ ਰੱਬੀ ਹਜ਼ੂਰੀ ਵਾਲਾ ਹੀ ਹੋਵੇਗਾ। ਉੱਥੇ ਤੁਸੀਂ ਹਰ ਵੇਲੇ ਰੱਬ ਨੂੰ ਹੀ ਮਹਿਸੂਸ ਕਰੋਗੇ, ਤੁਹਾਡੀ ਜ਼ਿੰਦਗੀ ਉੱਚੀ ਸੁੱਚੀ ਹੋਵੇਗੀ ਔਰ ਤੁਹਾਨੂੰ ਰੱਬ ਦੀ ਦਰਗਾਹ ਹੀ ਮਿਲ ਜਾਏਗੀ। ਯਾਨੀ ਰੱਬ ਦੇ ਹੁਕਮ ਅਨੁਸਾਰ ਜੀਣਾ ਹੀ ਰੱਬ ਦੀ ਦਰਗਾਹ ਨੂੰ ਪਾ ਲੈਣਾ ਹੈ। ਰੱਬ ਦੀ ਦਰਗਾਹ ਕੋਈ ਉੱਤੇ ਨਹੀਂ ਹੈ, ਇਹ ਸੰਸਾਰ ਰੱਬ ਦੀ ਦਰਗਾਹ ਹੀ ਹੈ, ਰੱਬ ਦਾ ਘਰ ਹੀ ਹੈ। ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਸ਼ਵਾਸ। ਹੁਣ ਜੇ ਅਸੀਂ ਮਰਨ ਤੋਂ ਬਾਅਦ ਦਰਗਾਹ ਮੰਨੀਏ ਤੇ ਗੁਰਬਾਣੀ ਦੀ ਇਸ ਪੰਕਤੀ ਦਾ ਫਿਰ ਕੀ ਅਸੀਂ ਕਰਾਂਗੇ? ਫਿਰ ਇਹਦੀ ਵੈਲਿਊ ਕੀ ਹੋਏਗੀ ਸਾਡੀ ਨਜ਼ਰ 'ਚ? ਗੁਰੂ ਜੀ ਕਹਿ ਰਹੇ ਨੇ ਇਹ ਜਗਤ ਹੀ ਰੱਬ ਦਾ ਸੋਹਣਾ ਘਰ ਹੈ, ਇਸ ਕੁਦਰਤ ਦੇ ਅੰਦਰ ਹੀ ਰੱਬ ਵਸ ਰਿਹਾ ਹੈ, ਕੁਦਰਤ ਕਰਕੇ ਵਸਿਆ ਸੋਏ। ਮੰਨੇ ਨਾਉ ਬਿਸੰਖ ਦਰਗਾਹ ਪਾਵਣਾ, ਜਿਹੜਾ ਅਨੰਤ ਪ੍ਰਭੂ ਦੇ ਹੁਕਮ ਨੂੰ ਮੰਨਦਾ ਹੈ ਉਹ ਰੱਬੀ ਦਰਗਾਹ ਨੂੰ ਪਾ ਲੈਂਦਾ ਹੈ। ਯਾਨੀ ਰੱਬੀ ਹੁਕਮ ਨੂੰ ਮੰਨਣਾ ਹੀ ਰੱਬੀ ਦਰਗਾਹ ਨੂੰ ਪਾਣਾ ਹੈ। ਖਾਲਕ ਕੋ ਆਦੇਸ਼ ਢਾਢੀ ਗਾਵਣਾ। ਖਾਲਕ ਹਰੀ ਜੋ ਪੈਦਾ ਕਰਨ ਵਾਲਾ ਹੈ ਖਲਕਤ ਨੂੰ ਪੈਦਾ ਕਰਨ ਵਾਲਾ ਖਾਲਕ। ਆਦੇਸ਼ ਦਾ ਮਤਲਬ ਨਮਸਕਾਰ। ਉਹ ਮਾਲਕ ਪ੍ਰਭੂ ਨੂੰ ਸਿਰ ਨਿਵਾਉਂਦਾ ਹੈ ਤੇ ਢਾਡੀ ਬਣ ਕੇ ਉਹਦੇ ਗੁਣ ਗਾਉਂਦਾ ਹੈ। ਕੌਣ? ਜਿਹੜਾ ਹੁਕਮ ਨੂੰ ਮੰਨਦਾ ਹੈ। ਖਾਲਕ ਕੋ ਆਦੇਸ਼ ਢਾਡੀ ਗਾਵਣਾ, ਯਾਨੀ ਢਾਡੀ ਬਣ ਕੇ, ਢਾਡੀ ਦਾ ਮਤਲਬ ਸਿਫਤ ਸਲਾਹ ਕਰਨ ਵਾਲਾ ਬਣ ਕੇ, ਰੱਬੀ ਗੁਣ ਗਾਉਣ ਵਾਲਾ ਬਣ ਕੇ ਰੱਬ ਨੂੰ ਨਮਸਕਾਰ ਕਰਨੀ। ਨਮਸਕਾਰ ਕਰਨਾ, ਮੱਥਾ ਟੇਕਣਾ। ਹੁਣ ਮੱਥਾ ਟੇਕਣ ਦਾ ਮਤਲਬ ਸਿਰ ਝੁਕਾ ਦੇਣਾ ਨਹੀਂ ਹੈ। ਮੱਥਾ ਟੇਕਣ ਦਾ ਮਤਲਬ ਹੈ ਸਮਰਪਣ ਕਰਨਾ, ਸਰੈਂਡਰ ਹੋਣਾ, ਹੁਕਮ ਨੂੰ ਮੰਨਣਾ। ਜਿਵੇਂ ਅਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦੇ ਆ ਨਾ,
ਹਰ ਸਿੱਖ ਨੂੰ ਟੇਕਣਾ ਚਾਹੀਦਾ ਹੈ, ਇਹ ਹਰ ਸਿੱਖ ਦਾ ਹੱਕ ਹੈ, ਫਰਜ਼ ਹੈ। ਲੇਕਿਨ ਮੱਥਾ ਟੇਕਣ ਨੂੰ ਸਮਝ ਲੈਣਾ, ਮੱਥਾ ਟੇਕਣ ਇੱਕ ਰਸਮ ਨਾ ਬਣ ਜਾਏ ਜੋ ਕਿ ਰਸਮ ਬਣ ਕੇ ਰਹਿ ਗਈ ਹੈ। ਰਸਮ ਨਾਲ ਕੁਝ ਨਹੀਂ ਹੋਣਾ। ਮੱਥਾ ਟੇਕਣ ਨੂੰ ਸਮਝਣਾ ਹੈ। ਮੱਥਾ ਟੇਕਣ ਦਾ ਮਤਲਬ ਇਹ ਹੈ ਕਿ ਸਿੱਖ ਪ੍ਰੋਮਿਸ ਕਰ ਰਿਹਾ ਹੈ, ਵਾਅਦਾ ਕਰ ਰਿਹਾ ਹੈ। ਮੱਥਾ ਟੇਕ ਕੇ ਪ੍ਰੋਮਿਸ ਕਰ ਰਿਹਾ ਹੈ ਕਿ ਸਤਿਗੁਰੂ ਮੈਂ ਵਾਅਦਾ ਕਰਦਾ ਹਾਂ ਕਿ ਜੋ ਆਪ ਦੀ ਪਾਵਨ ਬਾਣੀ ਹੈ ਮੈਨੂੰ ਸਿਰ ਮੱਥੇ ਪ੍ਰਵਾਨ ਕਰਦਾ, ਮੈਨੂੰ ਆਪਣੀ ਜ਼ਿੰਦਗੀ ਵਿੱਚ ਇੰਪਲੀਮੈਂਟ ਕਰਾਂਗਾ, ਤੁਹਾਡੇ ਹਰ ਹੁਕਮ ਨੂੰ ਮੰਨਾਂਗਾ, ਮੈਂ ਤੁਹਾਡੇ ਅੱਗੇ ਸਰੈਂਡਰ ਕਰਦਾ ਹਾਂ, ਮੈਂ ਆਪਣੇ ਆਪ ਨੂੰ ਤੁਹਾਡਾ ਗੁਲਾਮ ਬਣਾਉਂਦਾ ਹਾਂ, ਤੁਹਾਡਾ ਦਾਸ ਬਣਾਉਂਦਾ ਹਾਂ, ਤੁਹਾਡੇ ਹਰ ਹੁਕਮ ਨੂੰ ਮੈਂ ਸਿਰ ਮੱਥੇ ਮੰਨਾਂਗਾ। ਮੱਥਾ ਟੇਕਣ ਦਾ ਮਤਲਬ ਇਹ ਹੁੰਦਾ ਹੈ, ਪ੍ਰੋਮਿਸ ਹੈ ਸਾਡੀ। ਤੇ ਜੇ ਹੁਣ ਇਸ ਕੋਈ ਪ੍ਰੋਮਿਸ ਨੂੰ ਤੋੜ ਦਵੇ, ਜੋ ਅਸੀਂ ਤੋੜ ਰਹੇ ਹਾਂ, ਅਸੀਂ ਇੱਕ ਰਸਮ ਬਣਾ ਲਈ ਨਾ ਕਿ ਮੱਥਾ ਟੇਕਣਾ ਹੈ। ਅਸੀਂ ਆਪਣੇ ਦਿਮਾਗ ਨੂੰ ਸੈਟਅਪ ਕੀਤਾ ਹੁੰਦਾ ਹੈ ਕਿ 5-10 ਗੋਲਕ ਵਿੱਚ ਪਾਣੀ ਹੈ, ਜਾਂ 5-10 ਰੁਪਏ ਜਾਂ ਡਾਲਰ ਜਾਂ ਜਿੰਨਾ ਵੀ 1000-2000 ਕਿਸੇ ਨੇ ਪਾਣਾ ਹੈ, ਗੋਲਕ ਵਿੱਚ ਪਾਣਾ ਹੈ, ਐਨੀ ਸਿਕੜਾ ਪ੍ਰਸ਼ਾਦੀ ਪਰਚੀ ਕਟਾਣੀ ਹੈ, ਇੰਨਾ ਬਿਲਡਿੰਗ ਫੰਡ ਦੇਣਾ ਹੈ, ਤੇ ਕੋਈ 2-4 ਜਾਂ 1 ਪਾਉਂਡ ਜਾਂ 2-4-5-10 ਰੁਪਈਆ 100 ਰੁਪਈਆ ਜੋ ਕਥਾ ਕੀਰਤਨ ਕਰਨ ਵਾਲਾ ਰਾਗੀ ਸਿੰਘ ਹੋਏਗਾ ਅਸੀਂ ਉਹਨੂੰ ਦੇਣਾ ਹੈ। ਘਰੋਂ ਇਹ ਦਿਮਾਗ ਸੈਟਅਪ ਹੈ ਔਰ ਅਸੀਂ ਰਸਮ ਨਿਭਾਈ, ਚਲੇ ਗਏ। ਰਾਗੀ ਕਥਾਵਾਚਕ ਜਾਂ ਪਾਠ ਕਰਨ ਵਾਲਾ ਪਾਠੀ ਸਿੰਘ ਜੋ ਬਾਣੀ ਪੜ੍ਹ ਰਿਹਾ ਹੈ, ਉਹ ਬਾਣੀ ਕੀ ਕਹਿ ਰਹੀ ਹੈ ਉਹਦੇ ਨਾਲ ਸਾਨੂੰ ਕੋਈ ਲੈਣਾ ਦੇਣਾ ਨਹੀਂ ਹੈ। ਬਹੁਤਿਆਂ ਨੂੰ, ਸਾਰਿਆਂ ਦੀ ਮੈਂ ਗੱਲ ਨਹੀਂ ਕਰ ਰਿਹਾ, ਬਹੁਤਾਤ ਗਿਣਤੀ ਨੂੰ, ਕਿ ਬਾਣੀ ਵਿੱਚ ਕੀ ਕਿਹਾ ਜਾ ਰਿਹਾ ਹੈ ਔਰ ਮੈਂ ਕੀ ਕਰ ਰਿਹਾ, ਇਹ ਕਦੀ ਅਸੀਂ ਸੈਲਫ ਐਨਾਲਿਸਿਸ ਨਹੀਂ ਕੀਤਾ। ਮੱਥਾ ਟੇਕਣ ਦਾ ਮਤਲਬ ਇਹ ਹੈ ਕਿ ਅਸੀਂ ਪ੍ਰੋਮਿਸ ਕਰ ਰਹੇ ਹਾਂ, ਕਸਮ ਚੁੱਕ ਰਹੇ ਹਾਂ, ਵਾਅਦਾ ਕਰ ਰਹੇ ਹਾਂ ਕਿ ਪਾਤਸ਼ਾਹ ਤੁਹਾਡੇ ਹਰ ਹੁਕਮ ਨੂੰ ਸਿਰ ਮੱਥੇ ਮੰਨਾਂਗੇ। ਤਾਂ ਗੁਰੂ ਜੀ ਕਹਿੰਦੇ ਨੇ ਰੱਬ ਦੇ ਚਰਨਾਂ ਵਿੱਚ ਝੁਕਣਾ, ਰੱਬੀ ਰਜ਼ਾ ਵਿੱਚ ਰਹਿਣਾ ਔਰ ਸਿਫਤ ਸਲਾਹ ਕਰਨੀ। ਢਾਡੀ ਦਾ ਮਤਲਬ ਸਿਫਤ ਸਲਾਹ ਕਰਨ ਵਾਲਾ, ਮਨ ਬਚਨ ਕਰਮ ਕਰਕੇ ਗੁਣਾਂ ਦੇ ਧਾਰਨੀ ਬਣਨਾ। ਨਾਨਕ ਜੁਗ ਜੁਗ ਏਕ ਮਨ ਵਸਾਵਣਾ। ਤੇ ਜੁਗ ਜੁਗ ਏਕ ਦਾ ਮਤਲਬ ਜੋ ਹਰ ਸਮੇਂ ਹੈ, ਜੁਗ ਜੁਗ ਦਾ ਮਤਲਬ ਹਰ ਯੁੱਗ ਵਿੱਚ, ਯੁੱਗ ਦਾ ਮਤਲਬ ਸਮਾਂ। ਜੁਗ ਜੁਗ ਏਕ, ਹਰ ਸਮੇਂ ਇੱਕੋ ਹੀ ਰੱਬ, 2-3-4 ਨਹੀਂ ਹੈ। ਪਹਿਲਾਂ ਵੀ ਇੱਕ ਸੀ, ਹੁਣ ਵੀ ਇੱਕ ਹੈ, ਅੱਗੇ ਵੀ ਇੱਕ ਹੋਏਗਾ। ਇਸ ਲਈ ਗੁਰੂ ਨਾਨਕ ਦੇਵ ਜੀ ਦਾ ਜੋ ਧਰਮ ਹੈ ਸ਼ੁਰੂ ਹੀ ਇੱਕ ਤੋਂ ਹੁੰਦਾ ਹੈ, ਇੱਕ ਓੰਕਾਰ, ਇੱਕ ਹੀ ਫੈਲਿਆ ਹੋਇਆ ਹੈ ਹੀ ਇੱਕ, ਹੋਰ ਦੂਜਾ ਹੈ ਹੀ ਨਹੀਂ। ਮਨ ਵਸਾਵਣਾ ਦਾ ਮਤਲਬ ਉਸ ਇੱਕ ਨੂੰ ਮਨ ਵਿੱਚ ਵਸਾਣਾ ਚਾਹੀਦਾ ਹੈ ਜੋ ਹਰ ਵਕਤ ਇੱਕ ਹੈ। ਇੱਕ ਨੂੰ ਮਨ ਵਿੱਚ ਵਸਾਣਾ ਹੈ। ਔਰ ਇੱਕ ਨੂੰ ਮਨ ਵਿੱਚ ਵਸਾਣਾ ਕੀ ਹੈ? ਇਹਦਾ ਮਤਲਬ ਇਹ ਨਹੀਂ ਕਿ ਹੁਣ ਜਿਵੇਂ ਮੈਂ ਕਹਿ ਰਿਹਾ ਵੀ ਇੱਕ ਹੀ ਰੱਬ, ਇੱਕ ਨੂੰ ਮਨ ਵਿੱਚ ਵਸਾ ਲੈ, ਮੈਂ ਤੇ ਜੀ ਇੱਕ ਨੂੰ ਮਨ ਵਿੱਚ ਵਸਾਇਆ ਹੋਇਆ। ਹੁਣ ਇਹ ਗੱਲ ਤਾਂ ਠੀਕ ਹੈ, ਸ਼ਬਦ ਤਾਂ ਮੇਰੇ ਠੀਕ ਨੇ, ਲੇਕਿਨ ਇੱਕ ਨੂੰ ਜੇ ਮਨ ਵਿੱਚ ਵਸਾਇਆ ਹੋਇਆ ਹੈ ਤੇ ਮੇਰਾ ਪਤਾ ਕਿਵੇਂ ਲੱਗੇ ਕਿ ਮੈਂ ਇੱਕ ਨੂੰ ਮਨ ਵਿੱਚ ਵਸਾਇਆ? ਤੁਹਾਨੂੰ ਕਿਵੇਂ ਪਤਾ ਲੱਗੇ ਕਿ ਇਹ ਬੰਦੇ ਨੇ ਇੱਕ ਨੂੰ ਮਨ ਵਿੱਚ ਵਸਾ ਲਿਆ? ਨਹੀਂ ਤਾਂ ਮੈਂ ਤੁਹਾਨੂੰ ਇਮੋਸ਼ਨਲ ਬਲੈਕਮੇਲ ਵੀ ਕਰ ਸਕਣਾ, ਕੋਈ ਲੰਮਾ ਜਿਹਾ ਚੋਲਾ ਪਾ ਲਵਾਂ। ਮੈਂ ਆਪਣੇ ਆਪ ਨੂੰ ਵੀ ਧੋਖੇ ਵਿੱਚ ਰੱਖ ਸਕਣਾ ਕਿ ਮੈਂ ਤੇ ਇੱਕ ਨੂੰ ਮਨ ਵਿੱਚ ਵਸਾ ਲਿਆ। ਮਨ ਦਾ ਮਤਲਬ ਹੈ ਸੋਚ। ਸੋਚ ਦੇ ਅੰਦਰ ਇੱਕ ਵਸ ਜਾਏਗਾ ਨਾ, ਤਾਂ ਉਹ ਬੰਦਾ ਸਭ ਤੋਂ ਪਹਿਲਾਂ ਅੰਦਰੋਂ ਬਾਹਰੋਂ ਇੱਕ ਹੋਏਗਾ। ਜੋ ਉਹਦੀ ਸੋਚ ਵਿੱਚ ਹੈ ਉਹੀ ਉਹਦੇ ਬੋਲਾਂ ਵਿੱਚ, ਉਹੀ ਉਹਦੇ ਵਿਹਾਰ ਵਿੱਚ ਹੋਏਗਾ। ਉਹ ਅੰਦਰੋਂ ਹੋਰ ਤੇ ਬਾਹਰੋਂ ਹੋਰ ਨਹੀਂ ਹੋਏਗਾ। ਕਿ ਗੱਲ ਤੇ ਕਰ ਰਿਹਾ ਹੈ ਕਿ ਸੱਚ ਬੋਲੋ ਤੇ ਆਪ ਝੂਠ ਬੋਲ ਰਿਹਾ ਹੋਵੇ, ਗੱਲ ਤੇ ਕਰ ਰਿਹਾ ਹੋਵੇ ਕਿ ਲਾਲਚ ਨਾ ਕਰੋ ਤੇ ਆਪ ਲਾਲਚ ਦੇ ਵਿੱਚ ਫਸਿਆ ਹੋਵੇ, ਗੱਲ ਤੇ ਕਰ ਰਿਹਾ ਹੋਵੇ ਕਿ ਧਾਰਮਿਕ ਤੌਰ ਤੇ ਆਰਥਿਕ ਮਾਨਸਿਕ ਸ਼ੋਸ਼ਣ ਨਾ ਕਰੋ, ਲੇਕਿਨ ਆਪ ਸ਼ੋਸ਼ਣ ਕਰ ਰਿਹਾ ਹੋਵੇ, ਤਾਂ ਫਿਰ ਇੱਕ ਤੇ ਨਹੀਂ ਨਾ ਮਨ ਵਿੱਚ ਵਸਿਆ। ਅਸੀਂ ਕਹਿ ਰਹੇ ਹਾਂ ਕਿ ਨੂੰਹਾਂ ਨੂੰ ਵੀ ਧੀਆਂ ਸਮਝੋ, ਕਹਿ ਤੇ ਰਹੇ ਹਾਂ, ਲੇਕਿਨ ਮੰਨ ਨਹੀਂ ਰਹੇ। ਜੇ ਨੂੰਹ ਨਾਲ ਧੀ ਵਾਲਾ ਪਿਆਰ ਨਹੀਂ ਕਰ ਰਹੇ ਤਾਂ ਇੱਕ ਤਾਂ ਨਾ ਹੋਏ। ਜੇ ਐਸਾ ਬੰਦਾ ਕਵੇ ਕਿ ਮੈਂ ਇੱਕ ਨਾਲ ਜੁੜਿਆ ਤਾਂ ਇੱਕ ਨਾਲ ਨਹੀਂ ਜੁੜਿਆ। ਜੇ ਮੈਂ ਕਹਾਂ ਕਿ ਮੈਂ ਇੱਕ ਨੂੰ ਮਨ ਵਿੱਚ ਵਸਾ ਲਿਆ ਤੇ ਮੈਂ ਆਪਣੇ ਬੱਚਿਆਂ ਨਾਲ ਬਿਹੇਵੀਅਰ ਹੋਰ ਕਰਾਂ, ਤੁਹਾਡੇ ਬੱਚਿਆਂ ਨਾਲ ਬਿਹੇਵੀਅਰ ਹੋਰ, ਫਿਰ ਇੱਕ ਮਨ ਵਿੱਚ ਤੇ ਨਾ ਵਸਿਆ ਹੋਇਆ। ਤਾਂ ਇੱਕ ਨੂੰ ਮਨ ਜਿਹੜਾ ਮਨ ਵਿੱਚ ਵਸਾ ਲਏਗਾ, ਉਹਦੇ ਬੋਲ ਸਾਰਿਆਂ ਵਾਸਤੇ ਪਿਆਰੇ, ਮੁਹੱਬਤ ਵਾਲੇ, ਸੱਚੇ ਹੋਣਗੇ। ਉਹਦਾ ਬਿਹੇਵੀਅਰ ਦੂਜਿਆਂ ਦੇ ਨਾਲ ਇੱਕ ਜੈਸਾ ਹੋਏਗਾ। ਉਹ ਹਰ ਧੀ ਭੈਣ ਨੂੰ ਇੱਕ ਨਜ਼ਰ ਦੇ ਨਾਲ ਵੇਖੇਗਾ, ਆਪਣੀ ਧੀ ਭੈਣ ਦੀ ਤਰ੍ਹਾਂ। ਇਸ ਲਈ ਗੁਰੂ ਜੀ ਕਹਿੰਦੇ ਨੇ ਕਿ ਸੰਸਾਰ ਦੇ ਲੋਕੋ, ਤੁਹਾਡੀ ਸਮੱਸਿਆ ਦਾ ਸੋਲੂਸ਼ਨ ਇਹ ਹੈ ਕਿ ਇੱਕ ਨੂੰ ਮਨ ਵਿੱਚ ਵਸਾਓ।
ਇੱਕ ਦੇ ਨਾਲ ਜੁੜੋ। ਅਗਲਾ ਸ਼ਲੋਕ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਹੈ, ਸ਼ਲੋਕ ਮਹਿਲਾ ਦੂਜਾ। ਮੰਤਰੀ ਹੋਏ ਅਠੂਹਿਆਂ, ਇਹਨੂੰ ਅਠੂਹਿਆ ਨਹੀਂ ਪੜਨਾ, ਐੜੇ ਨਾਲ ਬਿੰਦੀ ਲਾਣੀ ਹੈ, ਅਠੂਹਿਆਂ। ਨਾਗੀ ਲੱਗੇ ਜਾਏ, ਇੱਥੇ ਨਾਗੀ ਨਹੀਂ ਪੜਨਾ, ਗੱਗੇ ਨਾਲ ਬਿੰਦੀ ਲਗਾਣੀ ਹੈ, ਨਾਗੀਨ ਬਹੁਵਚਨ। ਨਾਗ ਸ਼ਬਦ ਸੱਪ, ਨਾਗੀਨ ਦਾ ਮਤਲਬ ਸੱਪਾਂ, ਬਹੁਵਚਨੀ। ਮੰਤਰੀ, ਮੰਤਰੀ ਦਾ ਮਤਲਬ ਹੁੰਦਾ ਹੈ ਮਾਂਦਰੀ, ਮੰਤਰ ਜਾਣਨ ਵਾਲਾ। ਇੱਕ ਨਾ ਬਹੁਤ ਵੱਡਾ ਭੁਲੇਖਾ ਪਿਆ ਹੋਇਆ ਹੈ। ਕਈ ਲੋਕ ਕਹਿੰਦੇ ਨੇ ਕਿ ਸੱਪ ਦਾ ਮੰਤਰ ਹੁੰਦਾ ਹੈ ਤੇ ਸੱਪ ਦੇ ਜ਼ਹਿਰ ਦਾ ਮੰਤਰ ਪੜਨ ਦੇ ਨਾਲ ਜ਼ਹਿਰ ਉਤਰ ਜਾਂਦਾ ਹੈ। ਹਾਲੇ ਵੀ ਪਿੰਡਾਂ ਦੇ ਅੰਦਰ ਇਹ ਵਹਿਮ ਚੱਲਦਾ ਹੈ, ਹਾਲੇ ਵੀ ਚੱਲਦਾ ਹੈ। ਲੋਕ ਸੱਪ ਜੇ ਕਿਤੇ ਲੜ ਜਾਏ ਤੇ ਮਾਂਦਰੀ ਕੋਲ ਚਲੇ ਜਾਂਦੇ ਨੇ, ਤੇ ਬਹੁਤ ਸਾਰਿਆਂ ਨੇ ਇਹ ਧਮਾਇਆ ਹੁੰਦਾ ਹੈ ਕਿ ਇਹ ਜਿਹੜਾ ਮਾਂਦਰੀ ਹੈ, ਜੇ ਇਹਦੇ ਕੋਲ ਬੰਦਾ ਚਲਾ ਜਾਏ ਤੇ ਉਹ ਮਰਦਾ ਨਹੀਂ। ਲੇਕਿਨ ਇਹ ਬਿਲਕੁਲ ਇੱਕ ਅੰਧ ਵਿਸ਼ਵਾਸ ਹੈ, ਇਹ ਝੂਠ ਹੈ। ਕਈ ਲੋਕ ਸੱਪ ਲੜ ਜਾਂਦਾ ਹੈ, ਕੱਟ ਜਾਂਦਾ ਹੈ, ਤੇ ਉਹ ਮੰਤਰਾਂ ਵਾਲਿਆਂ ਕੋਲ ਚਲੇ ਜਾਣ ਤੇ ਉਹ ਬਚ ਜਾਂਦੇ ਨੇ। ਲੇਕਿਨ ਬਚ ਕਿਹੜੇ ਜਾਂਦੇ ਨੇ? ਜਿਨ੍ਹਾਂ ਨੂੰ ਸੱਪ ਹੀ ਉਹ ਲੜਿਆ ਹੋਏ ਜਿਹਦੇ ਵਿੱਚ ਜ਼ਹਿਰ ਨਹੀਂ ਹੁੰਦਾ। 95% ਸੱਪਾਂ ਦੇ ਅੰਦਰ ਜ਼ਹਿਰ ਹੀ ਨਹੀਂ ਹੁੰਦਾ, 5% ਜ਼ਹਿਰੀਲੇ ਸੱਪ ਨੇ। ਇੰਡੀਆ ਦੇ ਅੰਦਰ ਮੇਰੇ ਖਿਆਲ 'ਚ 217-18 ਕਿਸਮ ਦੇ ਸੱਪ ਨੇ, ਜਿਨ੍ਹਾਂ ਚੋਂ 15-16 ਕਿਸਮ ਦੇ ਸੱਪ ਜ਼ਹਿਰੀਲੇ ਨੇ, ਤੇ ਉਹਨਾਂ ਚੋਂ ਵੀ 5% ਸੱਪ ਐਸੇ ਜ਼ਹਿਰੀਲੇ ਨੇ ਜਿਨ੍ਹਾਂ ਦੇ ਜ਼ਹਿਰ ਦੇ ਨਾਲ ਮੌਤ ਹੋ ਜਾਂਦੀ, ਜਿਵੇਂ ਖਾਸ ਕਰਕੇ ਕੋਬਰਾ ਹੈ। ਜੇ ਟਾਈਮ ਦੇ ਨਾਲ ਡਾਕਟਰ ਕੋਲ ਹਸਪਤਾਲ ਨਾ ਲਿਜਾਇਆ ਜਾਏ ਤਾਂ ਮੌਤ ਹੋ ਜਾਂਦੀ ਹੈ। ਜੇ ਟਾਈਮ ਰਹਿੰਦਿਆਂ ਹਸਪੀਟਲ ਬੰਦਾ ਪਹੁੰਚ ਜਾਏ ਤਾਂ ਡਾਕਟਰ ਦਵਾਈਆਂ ਵਗੈਰਾ ਦੇ ਕੇ ਬਚਾ ਲੈਂਦੇ ਨੇ, ਬਚਣ ਦੀ ਉਮੀਦ ਹੈ। ਲੇਕਿਨ ਮੰਤਰਾਂ ਦੇ ਨਾਲ ਨਹੀਂ ਬਚਦਾ। ਜਿਹੜੇ ਬਚ ਜਾਂਦੇ ਨੇ, ਇਹ ਪੱਕਾ ਸਮਝ ਲਓ ਕਿ ਉਹਨਾਂ ਨੂੰ ਸੱਪ ਕੱਟਿਆ ਜ਼ਰੂਰ ਹੈ, ਲੇਕਿਨ ਕੱਟਿਆ ਉਹ ਸੱਪ ਨੇ ਜਿਹਦੇ ਵਿੱਚ ਜ਼ਹਿਰ ਨਹੀਂ। ਉਹ ਮਾਂਦਰੀ ਕੋਲ ਨਾ ਵੀ ਜਾਂਦੇ ਤਾਂ ਵੀ ਉਹਨਾਂ ਨੇ ਸੀ ਮਰਨਾ, ਤਾਂ ਵੀ ਬਚ ਜਾਣਾ ਸੀ। ਹੁਣ ਇੱਕ ਵਹਿਮ ਚੱਲ ਰਿਹਾ ਹੈ ਕਿ ਸੱਪ ਫੜਨ ਵਾਲੇ ਦੇ ਕੋਲ ਮੰਤਰ ਹੁੰਦਾ ਹੈ, ਜਾਦੂ। ਜਾਦੂ ਨਹੀਂ ਹੁੰਦਾ। ਮੰਤਰ ਦਾ ਮਤਲਬ ਹੈ ਢੰਗ। ਮੰਤਰ ਦਾ ਮਤਲਬ ਢੰਗ। ਜਿਵੇਂ ਹੁਣ ਆ ਡਿਸਕਵਰੀ ਚੈਨਲ ਵਾਲੇ ਨੇ, ਕਿਹੜੇ ਵੱਡੇ ਵੱਡੇ ਸੱਪਾਂ ਨੂੰ ਫੜਦੇ ਨੇ, ਉਹ ਕੋਈ ਮੰਤਰ ਨਹੀਂ ਪੜਦੇ, ਉਹਨਾਂ ਕੋਲ ਢੰਗ ਹੈ। ਕਿਸ ਕਦਰ ਉਹਨਾਂ ਦੇ ਕੋਲ ਇੱਕ ਡੰਡੀ ਜੀ ਹੁੰਦੀ ਤੇ ਸੱਪ ਦੇ ਉੱਤੇ ਲਾਉਂਦੇ ਨੇ, ਬਚਦੇ ਨੇ, ਸੱਪ ਨੂੰ ਫੜਦੇ ਨੇ। ਢੰਗ। ਇੱਥੇ ਮੰਤਰ ਦਾ ਮਤਲਬ ਹੈ ਢੰਗ, ਤਰੀਕਾ। ਸਾਡੇ ਨਾਲ ਨਾ ਪਿੱਛੇ ਸਾਡਾ ਇੱਕ ਦੋਸਤ ਸੀ, ਗੱਲ ਉਹਦੇ ਨਾਲ ਹੋ ਗਈ। ਉਹ ਕਹਿੰਦਾ ਮੈਂ ਸੱਪ ਦਾ ਮੰਤਰ ਮੇਰੇ ਕੋਲ ਹੈ। ਮੈਂ ਇੱਕ ਮਰੀ ਹੋਈ ਬੀਬੀ ਨੂੰ ਵੀ ਜਿੰਦਾ ਕੀਤਾ ਸੀ। ਹੈ ਸਾਡਾ ਉਹ ਦੋਸਤ, ਤੇ ਬਾਈ ਚਾਂਸ ਕਿਤੇ ਹੋ ਸਕਦਾ ਉਹ ਸੁਣਦੇ ਵੀ ਹੁਣ। ਉਹਨਾਂ ਨਾਲ ਗੱਲਬਾਤ ਹੋਈ ਤੇ ਮੈਨੂੰ ਕਹਿਣ ਲੱਗੇ, ਯਾਰ ਸਾਡੇ ਨਾਲ ਪ੍ਰਚਾਰਕ ਸਨ, ਵੀ ਤੂੰ ਕਹਿੰਦਾ ਮੰਤਰ ਹੈ ਨਹੀਂ, 5 ਲੱਖ ਇਨਾਮ ਰੱਖਿਆ, ਤੇ ਆ ਨਾਲ ਦਾ ਕਹਿ ਰਿਹਾ ਮੰਤਰ ਹੈ। ਮੈਂ ਕਿਹਾ ਵੀ ਨਹੀਂ ਹੈ। ਉਹ ਕਹਿੰਦਾ ਹੈ, ਮੇਰੇ ਨਾਲ ਸ਼ਰਤ ਲਗਾ ਲਓ। ਮੈਂ ਕਿਹਾ ਵੀ ਸ਼ਰਤ ਕਾਦੀ? ਮੈਂ ਤੇ ਲਗਾਈ ਹੋਈ, ਮੈਂ ਤੇ 5 ਲੱਖ ਰੁਪਇਆ ਰੱਖਿਆ ਹੀ ਹੋਇਆ, ਤੇ ਮੈਂ ਤੈਨੂੰ ਦੇ ਦਿਆਂਗਾ ਇੰਡੀਆ ਦਾ ਕਿਰਾਇਆ ਵੀ, ਤੇਰਾ ਆਉਣ ਜਾਣ ਦਾ ਮੈਂ ਦੇ ਦਾਂਗਾ, ਤੇ ਜਾਂ ਤੂੰ ਮੇਰਾ ਦੇ। ਜੇ ਤੂੰ ਹਾਰ ਗਿਆ ਤੇ ਤੂੰ ਦੇਈਂ, ਜੇ ਮੈਂ ਹਾਰ ਗਿਆ ਤੇ ਮੈਂ ਦਵਾਂਗਾ। ਨਾਲ 4 ਸਿੰਘ ਨੇ ਵੀ ਚੱਲ ਪੈਣ, ਤੇ ਤੈਨੂੰ 6 ਮਹੀਨੇ ਪਹਿਲੋਂ ਦੱਸ ਦਿੰਦੇ ਆ ਕਿ ਫਲਾਣੀ ਤਰੀਕ ਨੂੰ ਸੱਪ ਲੜਾਇਆ ਜਾਏਗਾ। ਮਤਾ ਫਿਰ ਬੰਦਾ ਕਹਿੰਦਾ ਮੈਂ ਇਸ ਮੰਤਰ ਦੀ ਸਿੱਧੀ ਨਹੀਂ ਸੀ ਕੀਤੀ, ਮੈਂ ਪਵਿੱਤਰਤਾ ਨਹੀਂ ਸੀ ਕੀਤੀ, ਇਹ ਉਹ। ਮੈਂ ਕਿਹਾ ਵੀ 6 ਮਹੀਨੇ ਪਹਿਲੋਂ ਤਿਆਰੀ ਕਰ ਲੈ, ਜਿੰਨਾ ਤੂੰ ਮੰਤਰ ਪੜ੍ਹਨਾ ਹੈ, ਭਗਤੀ ਕਰਨੀ, ਉਹ ਕਰ ਲੈ। ਚਾਹੇ ਤੇ ਆਪਣੇ ਸਰੀਰ ਦੇ ਉੱਤੇ ਮੰਤਰ ਦੇ ਟੈਟੂ ਵੀ ਪਵਾ ਲੈ, ਸਾਰੇ ਸਰੀਰ ਤੇ। 6 ਮਹੀਨੇ ਤੇਰੇ ਕੋਲ ਹੈ ਨੇ, ਕਰ ਲੈ। ਪਰ ਮੈਂ ਕਿਹਾ ਸੱਪ ਲੜਾਵਾਂਗੇ ਤੈਨੂੰ, ਸੱਪ ਤੈਨੂੰ ਲੜਾਇਆ ਜਾਏਗਾ, ਕਿਸੇ ਹੋਰ ਨੂੰ ਨਹੀਂ। ਤੇ ਕਿਸੇ ਹੋਰ ਦਾ ਅਣਜਾਣਾ ਬੰਦਾ ਐਵੇਂ ਧੱਕੇ ਨਾਲ ਹੀ ਮਰਵਾਦੀ ਹੈ। ਸੱਪ ਤੈਨੂੰ ਲੜਾਂਗੇ 6 ਮਹੀਨੇ ਪਹਿਲਾਂ ਮੰਤਰ ਦੀ। ਕਹਿੰਦਾ ਕਿਉਂ, ਮੈਨੂੰ ਕਿਉਂ ਲੜਾਓਗੇ? ਨਹੀਂ ਮੰਨਿਆ ਬੰਦਾ, ਨਹੀਂ ਮੰਨਿਆ। ਤਾਂ ਇਹੋ ਜਿਹੇ ਮੰਤਰ ਵਗੈਰਾ ਨਹੀਂ ਹੈ। ਜੇ ਕਿਤੇ ਬਾਈ ਚਾਂਸ ਕੋਈ ਐਸਾ ਕਾਂਡ ਵਰਤੇ, ਕੋਈ ਜ਼ਹਿਰੀਲਾ ਜਾਨਵਰ, ਠੂਆਂ, ਸੱਪ ਜਾਂ ਹੋਰ ਕੁਛ ਲੜੇ, ਤਾਂ ਸਾਨੂੰ ਡਾਕਟਰ ਦੀ ਸਲਾਹ ਲੈਣੀ ਚਾਹੀਦੀ, ਇਹਨਾਂ ਵਹਿਮਾਂ 'ਚ ਨਹੀਂ ਪੈਣਾ ਚਾਹੀਦਾ। ਹੁਣ ਗੁਰੂ ਜੀ ਸਾਨੂੰ ਇੱਥੇ ਜਿਹੜੀ ਚੀਜ਼ ਦੱਸ ਰਹੇ ਨਾ, ਉਹ ਸਮਝਣ ਦੀ ਲੋੜ ਹੈ। ਮੰਤਰੀ ਹੋਏ ਅਠੂਹਿਆਂ। ਮੰਤਰੀ ਦਾ ਮਤਲਬ ਢੰਗ ਤੇ ਜਾਣਦਾ ਹੋਵੇ, ਠੂਹੇ ਫੜਨ ਦੇ, ਬਿੱਛੂ ਫੜਨ ਦਾ ਢੰਗ ਜਾਣਦਾ ਹੋਏ, ਤਰੀਕਾ ਆਉਂਦਾ ਹੋਵੇ ਬਿੱਛੂ ਫੜਨ ਦਾ। ਨਾਗੀ ਲੱਗੇ ਜਾਏ ਤੇ ਉਹ ਬੰਦਾ ਸੱਪ ਫੜਨ ਵਾਸਤੇ ਤੁਰ ਪਏ, ਤੇ ਫਿਰ ਕੀ ਹੋਏਗਾ ਉਹਦਾ ਹਾਲ?
ਬਿੱਛੂ ਔਰ ਸੱਪ ਵਿੱਚ ਤੇ ਫਰਕ ਹੈ ਨਾ। ਢੰਗ ਬਿੱਛੂ ਫੜਨ ਦਾ ਹੈ। ਬਿੱਛੂ ਨੂੰ ਤੇ ਕਿਸੇ ਲਿਫਾਫੇ ਦੇ ਅੱਗੇ ਕਰਕੇ ਪਾਓਗੇ ਤਾਂ ਉਹਨੇ ਉਹਦੇ ਵਿੱਚ ਵੜ ਜਾਣਾ ਤੇ ਫੜਨਾ ਸੌਖਾ ਹੈ। ਤੇ ਸੱਪ ਮਾਂਦਰੀ ਢੰਗ ਹੋਵੇ ਠੂਏ ਫੜਨ ਦਾ ਤੇ ਸੱਪਾਂ ਨੂੰ ਹੱਥ ਪਾ ਪਵੇ ਤੇ ਉਹਦਾ ਹਾਲ ਕੀ ਹੋਏਗਾ? ਆਪਣ ਹੱਥੀਂ ਆਪਣਾ ਦੇ ਕੂਚਾ ਆਪੇ ਲਾਏ। ਇਹਨੂੰ ਹੱਥੀ ਨਹੀਂ ਪੜਨਾ। ਹੱਥੀਂ ਜੇ ਹੱਥੀ ਪੜੋਗੇ ਚੱਕੀ ਦੀ ਹੱਥੀ ਹੋ ਜਾਏਗੀ ਜਾਂ ਕਿਰਪਾਨ ਦੀ ਹੱਥੀ। ਹੱਥੀਂ ਆਪਣ ਹੱਥੀਂ ਆਪਣੇ ਦੇ ਕੂਚਾ ਆਪੇ ਲਾਏ। ਕੂਚਾ ਦਾ ਮਤਲਬ ਲੰਬੂ ਮੁਆਤਾ। ਉਹ ਆਪਣੇ ਆਪ ਨੂੰ ਆਪਣੇ ਹੱਥਾਂ ਨਾਲ ਹੀ ਮਨ ਨੂੰ ਲਾਂਬੂ ਲਾ ਰਿਹਾ ਹੈ। ਉਹ ਆਪਣਾ ਨੁਕਸਾਨ ਆਪ ਕਰਾ ਹੋਵੇਗਾ। ਜਿਹਦੇ ਕੋਲ ਢੰਗ ਤੇ ਹੈ ਬਿੱਛੂ ਫੜਨ ਦਾ ਤੇ ਜਾ ਕੇ ਪੰਗਾ ਲੈ ਲਵੇ ਸੱਪ ਫੜਨ ਦਾ ਤੇ ਉਹਨੂੰ ਸੱਪ ਲੜ ਜਾਏਗਾ, ਉਹਦੀ ਮੌਤ ਹੋ ਸਕਦੀ ਹੈ। ਉਹ ਤੇ ਇੰਜ ਜਿਵੇਂ ਆਪਣੇ ਘਰ ਨੂੰ ਕੋਈ ਆਪ ਹੀ ਚੁਆਤੀ ਲਾ ਲਵੇ। ਹੁਣ ਅੱਗੇ ਗੱਲ ਕਰਦੇ ਨੇ, ਹੁਕਮ ਪਿਆ ਤੁਰ ਖਸਮ ਕਾ ਅਤੀ ਹੂੰ ਧੱਕਾ ਖਾਏ। ਅਸਲੀ ਗੱਲ ਸਮਝਾ ਰਹੇ ਨੇ। ਗੱਲ ਸੱਪਾਂ ਦੀ ਔਰ ਬਿੱਛੂਆਂ ਦੀ ਨਹੀਂ ਹੋ ਰਹੀ, ਗੱਲ ਮੰਤਰਾਂ ਦੀ ਨਹੀਂ ਹੋ ਰਹੀ। ਗੱਲ ਇੱਕ ਤਰੀਕਾ ਹੈ। ਪਹਿਲਾ ਮਿਸਾਲ ਦਿੱਤੀ ਹੈ ਕਿ ਕਿਸੇ ਨੂੰ ਬਿੱਛੂ ਫੜਨ ਦਾ ਢੰਗ ਆਉਂਦਾ ਹੋਵੇ ਤੇ ਸੱਪ ਨੂੰ ਹੱਥ ਪਾ ਲਵੇ ਤੇ ਆਪਣੇ ਘਰ ਨੂੰ ਆਪ ਲੂਕਾ ਲਾਉਣ ਦੇ ਬਰਾਬਰ ਹੈ। ਤਾਂ ਗੁਰੂ ਜੀ ਕਹਿੰਦੇ ਨੇ ਹੁਕਮ ਪਿਆ ਤੁਰ ਖਸਮ ਕਾ। ਤੁਰ ਦਾ ਮਤਲਬ ਧੁਰ ਤੋਂ ਹੀ ਇਹ ਰੱਬ ਦਾ ਹੁਕਮ ਹੈ, ਸਿਸਟਮ ਚੱਲਿਆ ਆ ਰਿਹਾ ਹੈ। ਅਤੀ ਹੂੰ ਧੱਕਾ ਖਾਏ। ਅਤੀ ਹੂੰ ਦਾ ਮਤਲਬ ਅੱਤ ਚੁੱਕਣ ਦੇ ਨਾਲ। ਜੇ ਬੰਦਾ ਅੱਤ ਚੁੱਕ ਲਵੇ ਨਾ, ਧੱਕਾ ਖਾਏ ਦਾ ਮਤਲਬ ਉਹਨੂੰ ਧੱਕੇ ਵੱਜਦੇ ਨੇ, ਉਹ ਖਤਾ ਖਾਂਦਾ ਹੈ। ਜਦੋਂ ਬੰਦਾ ਅੱਤ ਚੁੱਕ ਲੈਂਦਾ ਨਾ ਤਾਂ ਫਿਰ ਉਹ ਧੱਕਾ ਖਾਂਦਾ। ਫਿਰ ਉਹਦੇ ਨਾਲ ਕੋਈ ਨਾ ਕੋਈ ਅੱਗੋਂ ਟੱਕਰ ਪੈਂਦਾ। ਸ਼ੇਰ ਨੂੰ ਸਵਾ ਸ਼ੇਰ ਟੱਕਰ ਪੈਂਦਾ। ਅੱਤ ਚੁੱਕਣੀ ਮਾੜੀ ਹੈ। ਜੇ ਬੰਦਾ ਹੁਣ ਕੋਈ ਵਿਕਾਰ ਕਮਾਉਣ ਲੱਗ ਜਾਵੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਆਤੀ ਚੁੱਕ ਲੈ, ਤਾਂ ਫਿਰ ਕੀ ਹੋਏਗਾ? ਉਹਦੇ ਰਿਸ਼ਤੇ ਨਾਤੇ ਟੁੱਟ ਜਾਣਗੇ। ਲੋਕ ਉਹਨੂੰ ਘਰ ਤੱਕ ਨਹੀਂ ਵੜਨ ਦੇਣਗੇ। ਜੇ ਉਹ ਡਾਕੂ ਵੀ ਬਣ ਜਾਏਗਾ ਤੇ ਕਿਤੇ ਨਾ ਕਿਤੇ ਪੁਲਿਸ ਤੇ ਢਹਿ ਚੜ ਜਾਏਗਾ। ਅੱਤ ਤੇ ਖੁਦਾ ਦਾ ਵੈਰ ਹੈ, ਇਹ ਕਹਾਵਤ ਵੀ ਹੈ। ਤਾਂ ਇਹਦਾ ਮਤਲਬ ਜੇ ਸਿਸਟਮ ਦੇ ਉਲਟ ਕੋਈ ਬੰਦਾ ਕਰੇਗਾ, ਜਿਹੜੀ ਚੀਜ਼ ਇੱਥੇ ਸਮਝਣ ਵਾਲੀ ਹੈ, ਜੇ ਸਿਸਟਮ ਤੋਂ ਉਲਟ ਕੋਈ ਕਰੇਗਾ ਤਾਂ ਉਸ ਬੰਦੇ ਨੂੰ ਖਤਾ ਖਾਣੀ ਪਵੇਗੀ। ਜਿਵੇਂ ਬਿੱਛੂ ਫੜਨ ਦਾ ਢੰਗ ਜਾਣਦਾ ਸੱਪਾਂ ਨੂੰ ਹੱਥ ਪਾ ਪਵੇ ਤਾਂ ਉਹ ਬੰਦਾ ਮਾਰਿਆ ਜਾਏਗਾ। ਇਸੇ ਤਰ੍ਹਾਂ ਜੇ ਸਿਸਟਮ ਤੋਂ ਉਲਟ ਕੁਛ ਕਰਨ ਦਾ ਯਤਨ ਕਰੇਗਾ ਤੇ ਉਹਨੂੰ ਸੁੱਖ ਨਹੀਂ ਮਿਲੇਗਾ, ਉਹਨੂੰ ਧੋਖਾ ਹੀ ਮਿਲੇਗਾ, ਉਹਨੂੰ ਦੁੱਖ ਹੀ ਮਿਲੇਗਾ। ਗੁਰਮੁਖ ਸਿਉ ਮਨਮੁਖ ਅੜੈ ਡੁੱਬੇ ਹੱਕ ਨਿਆਏ। ਹੁਣ ਜੇ ਗੁਰਮੁਖ ਦੇ ਨਾਲ ਕੋਈ ਮਨਮੁਖ ਖੈਬੜਦਾ ਹੈ, ਗੁਰਮੁਖ ਸਿਉ ਮਨਮੁਖ ਅੜੈ, ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ ਹੈ, ਜਿਹਨੇ ਗੁਰੂ ਦੇ ਦਿੱਤੇ ਵੇ ਆਫ ਲਾਈਫ ਨੂੰ ਫੋਲੋ ਕੀਤਾ ਹੋਇਆ ਹੈ, ਤੇ ਉਹਦੇ ਨਾਲ ਜੇ ਕੋਈ ਮਨਮੁਖ ਜਿਹੜਾ ਆਪ ਹੁਦਰਾ ਮਨੁੱਖ ਹੈ ਅੜੇ ਫੈਬੜੇ ਉਹਦੀ ਬਰਾਬਰੀ ਕਰੇ ਤਾਂ ਕੀ ਹੋਏਗਾ? ਡੁੱਬੇ ਹੱਕ ਨਿਆਏ। ਹੱਕ ਨਿਆਏ ਦਾ ਮਤਲਬ ਸੱਚੇ ਨਿਆਂ ਦੇ ਕਾਰਨ ਉਹ ਡੁੱਬੇਗਾ, ਉਹਨੂੰ ਹਾਰ ਹੋਏਗੀ। ਜਿਵੇਂ ਹੁਣ ਕੋਈ ਬੰਦਾ ਆਪਣੇ ਧਨ ਦੇ ਮਾਣ ਕਰਕੇ, ਕਿਸੇ ਪਦਵੀ ਕਰਕੇ ਭਗਤ ਪੂਰਨ ਸਿੰਘ ਦੇ ਖਿਲਾਫ ਬੋਲਣ ਲੱਗ ਜਾਏ ਤੇ ਕੀ ਤੁਸੀਂ ਉਹਦੀ ਗੱਲ ਸੱਚੀ ਮੰਨ ਲਓਗੇ? ਡੁੱਬੇ ਹੱਕ ਨਿਆਏ, ਹੱਕ ਨਿਆਂ ਦੇ ਵਿੱਚ ਡੁੱਬੇਗਾ ਨਾ। ਆਖਿਰ ਉਹਦੇ ਕੋਲ ਕੋਈ ਪ੍ਰੂਫ ਨਹੀਂ ਹੋਣਾ ਕਿ ਕਿਸ ਬੇਸ ਦੇ ਉੱਤੇ ਤੂੰ ਭਗਤ ਪੂਰਨ ਸਿੰਘ ਦੇ ਖਿਲਾਫ ਕਹਿ ਰਿਹਾ ਹੈ। ਜੇ ਕੋਈ ਭਾਈ ਕਨਈਏ ਦੇ ਖਿਲਾਫ ਬੋਲਣਾ ਸ਼ੁਰੂ ਕਰ ਦੇਵੇ ਮਨਮੁਖ ਬੰਦਾ, ਤੇ ਉਹਦੇ ਪੱਲੇ ਕੀ ਰਹੇਗਾ? ਭਗਤ ਕਬੀਰ ਜੀ ਦੇ ਖਿਲਾਫ ਬੋਲਣਾ ਸ਼ੁਰੂ ਕਰ ਦੇ, ਉਹਦੇ ਪੱਲੇ ਕੀ ਰਹੇਗਾ? ਡੁੱਬੇਗਾ ਨਾ। ਤਾਂ ਇਹ ਸਾਨੂੰ ਸਮਝਾਉਣਾ ਚਾਹੁੰਦੇ ਨੇ ਵੀ ਜਿਵੇਂ ਠੂਆਂ ਦਾ ਮੰਤਰ ਜਾਣਨ ਵਾਲਾ, ਢੰਗ ਜਾਣਨ ਵਾਲਾ ਸੱਪ ਫੜਨ ਲੱਗ ਜਾਏ ਤਾਂ ਉਹ ਨੁਕਸਾਨ ਉਠਵਾਏਗਾ। ਇਹ ਧੁਰ ਤੋਂ ਹੀ ਨਿਯਮ ਤੁਰਿਆ ਆ ਰਿਹਾ ਹੈ ਕਿ ਰੱਬੀ ਹੁਕਮ ਤੋਂ ਬਿਨਾਂ ਕੁਛ ਨਹੀਂ ਕੀਤਾ ਜਾ ਸਕਦਾ। ਜੇ ਕੋਈ ਅੱਤ ਚੁੱਕੀ ਲਵੇ ਹੁਕਮ ਦੇ ਖਿਲਾਫ, ਸਿਸਟਮ ਦੇ ਖਿਲਾਫ, ਤੇ ਆਖਰ ਉਹਨੂੰ ਹਾਰਨਾ ਪਵੇਗਾ। ਜੇ ਕੋਈ ਗੁਰਮੁਖ ਦੇ ਨਾਲ ਮਨਮੁਖ ਅੜੇ ਤਾਂ ਫਿਰ ਆਖਿਰ ਉਹਨੂੰ ਡੁੱਬਣਾ ਪਵੇਗਾ ਸੱਚੇ ਨਿਆਂ ਕਰਕੇ। ਆਤਮਿਕ ਜੀਵਨ ਉਹਦਾ ਡੁੱਬ ਜਾਏਗਾ। ਜੇ ਗੁਰੂ ਦੀ ਗੱਲ ਨਾ ਮੰਨੇ, ਗੁਰੂ ਦੇ ਦੱਸੇ ਰਾਹ ਤੇ ਨਾ ਤੁਰੇ, ਅੱਤ ਚੁੱਕੀ ਰੱਖੇ, ਤੇ ਆਖਿਰ ਡੁੱਬ ਜਾਏਗਾ ਨਾ, ਆਤਮਿਕ ਜੀਵਨ ਬਰਬਾਦ ਹੋ ਜਾਏਗਾ। ਔਰ ਹਕੀਕਤ ਹੈ ਕਿੰਨੇ ਲੋਕਾਂ ਨੇ ਆਪਣਾ ਆਤਮਿਕ ਜੀਵਨ ਬਰਬਾਦ ਕਰ ਲਿਆ, ਖੁਸ਼ੀਆਂ ਖਤਮ ਕਰ ਲਈਆਂ ਨੇ, ਰਿਸ਼ਤੇ ਖਤਮ ਕਰ ਲਏ ਨੇ, ਪਰਿਵਾਰ ਡੋਬ ਲਏ ਨੇ। ਦੋਹਾਂ ਸਿਰਿਆਂ ਇੱਥੇ ਵਿਸ਼ਰਾਮ ਲਾਵਾਂਗੇ, ਸਿਰਿਆ ਨਹੀਂ ਸਿਰਿਆਂ। ਜੇ ਸਿਰਿਆ ਪੜਾਂਗੇ ਇਹਦਾ ਅਰਥ ਹੋ ਜਾਏਗਾ ਸਿਰਜਣਾ। ਸਿਰਿਆਂ ਦਾ ਮਤਲਬ ਸਿਰੇ। ਦੋਹਾਂ ਸਿਰਿਆਂ
ਆਪੇ ਖਸਮ ਵੇਖੈ ਕਰ ਵਿਉਪਾਏ। ਵਿਉਪਾਏ ਦਾ ਮਤਲਬ ਹੁੰਦਾ ਨਿਰਣਾ ਕਰਨਾ। ਦੋਹਾਂ ਸਿਰਿਆਂ ਦਾ ਮਤਲਬ ਆਦ ਅੰਤ, ਜੀਵਨ ਤੋਂ ਲੈ ਕੇ ਮਰਨ ਤੱਕ, ਸਾਰੇ ਸੰਸਾਰ ਦਾ। ਦੋਹੀਂ ਪਾਸੇ ਪ੍ਰਭੂ ਆਪ ਹੀ ਖਲੋਤਾ ਹੈ ਔਰ ਆਪ ਨਿਰਣਾ ਕਰਕੇ ਵੇਖ ਰਿਹਾ ਹੈ। ਯਾਨੀ ਰੱਬ ਦਾ ਜੋ ਹੁਕਮ ਹੈ ਨਾ, ਉਹਦੇ ਵਿੱਚ ਨਿਰਣਾ ਆਟੋਮੈਟਿਕਲੀ ਹੋਈ ਜਾ ਰਿਹਾ ਹੈ। ਚੰਗੇ ਕਰਮ ਕਰਨ ਵਾਲੇ ਨੂੰ ਸੁਖ ਸ਼ਾਂਤੀ ਔਰ ਮਾੜੇ ਕਰਮ ਕਰਨ ਵਾਲੇ ਨੂੰ ਅਸ਼ਾਂਤੀ ਮਿਲਦੀ ਰਹਿੰਦੀ। ਨਾਨਕ ਏਵੇਂ ਜਾਣੀਐ ਸਭ ਕਿਛ ਤਿਸੈ ਰਜ਼ਾਏ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਾਨੂੰ ਐਵੇਂ ਜਾਣਨਾ ਚਾਹੀਦਾ ਹੈ, ਇਹ ਚੀਜ਼ ਸਾਨੂੰ ਸਮਝ ਲੈਣੀ ਚਾਹੀਦੀ ਹੈ। ਅਸਲ ਗੱਲ ਇੰਜ ਸਮਝਣੀ ਚਾਹੀਦੀ ਹੈ ਕਿ ਸਭ ਕੁਛ ਤਿਸਹਿ ਰਜਾਏ, ਸਭ ਕੁਝ ਪ੍ਰਭੂ ਦੀ ਰਜ਼ਾ ਵਿੱਚ ਹੋ ਰਿਹਾ ਹੈ। ਇਹ ਗੱਲ ਸਮਝਣ ਵਾਲੀ ਹੈ। ਰਜ਼ਾ ਤੋਂ ਬਾਹਰ ਕੁਝ ਨਹੀਂ ਹੋ ਸਕਦਾ। ਨਾਨਕ ਏਵੇਂ ਜਾਣੀਐ ਸਭ ਕੁਛ ਤਿਸਹਿ ਰਜਾਏ। ਰਜ਼ਾ ਦੇ ਅੰਦਰ, ਰਜ਼ਾ ਦਾ ਮਤਲਬ ਸਿਸਟਮ ਦੇ ਅੰਦਰ ਹੋ ਰਿਹਾ ਹੈ। ਸਿਸਟਮ ਤੋਂ ਬਾਹਰ ਨਾ ਕੋਈ ਗਰੀਬ ਕੁਝ ਕਰ ਸਕਦਾ ਹੈ, ਨਾ ਅਮੀਰ ਕਰ ਸਕਦਾ ਹੈ, ਨਾ ਕੋਈ ਪੜ੍ਹਿਆ, ਨਾ ਕੋਈ ਅਨਪੜ੍ਹ, ਨਾ ਕੋਈ ਧਰਮੀ, ਨਾ ਕੋਈ ਅਧਰਮੀ। ਜੇ ਕੋਈ ਧਰਮ ਦੇ ਮਾਰਗ ਤੇ ਚੱਲਣ ਵਾਲਾ ਚਾਹੇ ਕਿ ਅੱਜ ਮੈਂ ਸੂਰਜ ਨੂੰ 1 ਘੰਟਾ ਲੇਟ ਕਰ ਦਿਆਂਗਾ, ਲੇਟ ਉੱਗੇਗਾ ਸੂਰਜ, ਤੇ ਕੋਈ ਉਗਾ ਸਕਦਾ 1 ਸੈਕਿੰਡ ਵੀ ਅੱਗਾ ਪਿੱਛਾ ਨਹੀਂ ਹੋ ਸਕਦਾ। ਨਾ ਕੋਈ ਅਨਪੜ੍ਹ ਐਵੇਂ ਕਰ ਸਕਦਾ, ਨਾ ਪੜ੍ਹਿਆ ਲਿਖਿਆ, ਨਾ ਕੋਈ ਧਰਮੀ, ਨਾ ਕੋਈ ਅਧਰਮੀ, ਨਾ ਰਾਜਾ, ਨਾ ਬਾਦਸ਼ਾਹ, ਐਵੇਂ ਕੋਈ ਕਰ ਹੀ ਨਹੀਂ ਸਕਦਾ। ਜੇ ਕੋਈ ਪੜ੍ਹਿਆ ਲਿਖਿਆ ਬੰਦਾ ਕਹੇ ਕਿ ਮੈਂ ਜ਼ਮੀਨ ਵਿੱਚ ਕਣਕ ਬੀਜ ਕੇ ਤੇ ਜੌਂ ਉਗਾ ਸਕਦਾ, ਐਵੇਂ ਹੋਣਾ ਹੀ ਨਹੀਂ। ਕਰਕੇ ਦੇਖ ਲਵੇ। ਨਾ ਕੋਈ ਅਨਪੜ੍ਹ ਕਰ ਸਕਦਾ ਹੈ, ਨਾ ਕੋਈ ਧਰਮੀ ਕਰ ਸਕਦਾ ਹੈ, ਨਾ ਕੋਈ ਅਧਰਮੀ ਕਰ ਸਕਦਾ ਹੈ। ਰਜ਼ਾ ਤੋਂ ਬਾਹਰ ਕੁਝ ਹੋਣਾ ਹੀ ਨਹੀਂ। ਕਰਕੇ ਦੇਖ ਲਓ। ਇਸੇ ਤਰ੍ਹਾਂ ਸਾਡੀ ਜ਼ਿੰਦਗੀ ਹੈ। ਇਹਦੇ ਵਿੱਚ ਜੇ ਖੁਸ਼ੀਆਂ ਅਸੀਂ ਮੰਨਣਾ ਚਾਹੁੰਦੇ ਹਾਂ ਤਾਂ ਖੁਸ਼ੀਆਂ ਵਾਸਤੇ ਕੁਝ ਸਿਸਟਮ ਹੈ ਨਾ, ਕਿ ਅਸੀਂ ਸੱਚ ਬੋਲੀਏ, ਪਿਆਰ ਨਾਲ ਰਹੀਏ, ਨਿਰਭੈਤਾ ਨਿਰਵੈਰਤਾ ਵਾਲੇ ਗੁਣਾਂ ਦੇ ਧਾਰਨੀ ਬਣੀਏ, ਤਾਂ ਜੀਵਨ ਅੰਦਰ ਸ਼ਾਂਤੀ ਆਏਗੀ। ਇਹ ਸਿਸਟਮ ਹੈ। ਤੇ ਜੇ ਅਸੀਂ ਈਰਖਾ, ਦਵੇਸ਼, ਵੈਰ ਵਿਰੋਧ ਕਮਾਈਏ ਤੇ ਚਾਹੀਏ ਅੰਦਰ ਸ਼ਾਂਤੀ ਪੈਦਾ ਹੋਏ, ਕਦੇ ਹੋਣਾ ਹੀ ਨਹੀਂ। ਸਿਸਟਮ ਤੋਂ ਬਾਹਰ ਕੁਝ ਹੋ ਹੀ ਨਹੀਂ ਸਕਦਾ। ਇਸ ਲਈ ਗੁਰੂ ਜੀ ਕਹਿੰਦੇ ਨੇ ਨਾਨਕ ਏਵੇਂ ਜਾਣੀਐ ਸਭ ਕੁਛ ਤਿਸੈ ਰਜਾਏ, ਕਿ ਜੋ ਵੀ ਆ ਸੰਸਾਰ ਦਾ ਕਾਰੋਬਾਰ ਚੱਲ ਰਿਹਾ ਹੈ, ਚਾਹੇ ਉਹ ਉਤਪਤੀ ਹੈ, ਲੈਤਾ ਹੈ, ਪਾਲਣਾ ਹੈ, ਸੰਚਾਲਨ ਹੈ, ਇਹ ਸਭ ਕੁਝ ਸਿਸਟਮ ਦੇ ਅੰਦਰ ਹੈ। ਨਿੱਕੇ ਜਿਹੇ ਬੈਕਟੀਰੀਏ ਤੋਂ ਲੈ ਕੇ ਵੱਡੇ ਸਾਰੇ ਹਾਥੀ ਤੱਕ, ਨਿੱਕੇ ਜਿਹੇ ਧੂੜ ਦੇ ਕਿਣਕੇ ਤੋਂ ਲੈ ਕੇ ਵੱਡੇ ਸਾਰੇ ਯੂਨੀਵਰਸ, ਬ੍ਰਹਿਮੰਡ, ਆਕਾਸ਼ ਗੰਗਾਵਾਂ ਤੱਕ, ਹਰ ਚੀਜ਼ ਸਿਸਟਮ ਦੇ ਅੰਦਰ ਹੈ, ਰਜਾ ਦੇ ਅੰਦਰ ਹੈ, ਭਾਣੇ ਵਿੱਚ ਹੈ। ਰਜਾ, ਭਾਣਾ, ਲੇਖ, ਇਹਨਾਂ ਸਾਰਿਆਂ ਵਾਸਤੇ ਅਸੀਂ ਸ਼ਬਦ ਵਰਤ ਸਕਦੇ ਹਾਂ ਸਿਸਟਮ, ਕਿਉਂਕਿ ਸੌਖੀ ਸਮਝ ਆ ਜਾਂਦੀ ਹੈ। ਇਸ ਲਈ ਸਾਨੂੰ ਹੁਣ ਸਮਝਾ ਰਹੇ ਨੇ ਕਿ ਪਿਆਰਿਓ, ਸਿਸਟਮ ਨੂੰ ਫੋਲੋ ਕਰੋ, ਰੱਬੀ ਰਜਾ ਨੂੰ ਫੋਲੋ ਕਰੋ। ਜੇ ਰਜਾ ਨੂੰ ਫੋਲੋ ਕਰੋਗੇ ਤਾਂ ਤੁਸੀਂ ਰੱਬੀ ਦਰਗਾਹ ਵਿੱਚ ਪ੍ਰਵਾਨ ਹੋ ਜਾਓਗੇ। ਜੇ ਚੰਗੇ ਸਿਸਟਮ ਨੂੰ ਫੋਲੋ ਕਰੋਗੇ, ਚੰਗੇ ਬਣ ਜਾਓਗੇ। ਤੁਹਾਡਾ ਸੁਭਾਅ ਚੰਗਾ ਹੋ ਜਾਏਗਾ, ਬੋਲ ਚੰਗੇ ਹੋ ਜਾਣਗੇ, ਵਿਹਾਰ ਚੰਗਾ ਹੋ ਜਾਏਗਾ। ਤੇ ਜੇ ਐਸਾ ਨਹੀਂ ਕਰੋਗੇ, ਮਾੜਾ ਸੋਚੋਗੇ, ਤੇ ਸਿਸਟਮ ਅੰਦਰ ਤੁਹਾਡੇ ਬੋਲ ਮਾੜੇ ਹੋ ਜਾਣਗੇ, ਵਿਹਾਰ ਮਾੜਾ ਹੋ ਜਾਏਗਾ, ਸੋਚ ਮਾੜੀ ਹੋ ਜਾਏਗੀ, ਕਰਮ ਮਾੜੇ ਹੋ ਜਾਣਗੇ। ਜੀਵਨ ਨੂੰ ਨਰਕ ਬਣਾ ਲਓ, ਤੇ ਕੱਲਾ ਆਪਣਾ ਹੀ ਨਰਕ ਨਹੀਂ ਬਣਾਓਗੇ, ਦੂਜਿਆਂ ਦਾ ਜੀਵਨ ਵੀ ਨਰਕ ਬਣਾ ਦਿਓ।